हेलो स्टूडेंट्स क्लास 6 बेटा ਅੱਜ ਅਸੀਂ ਇਸ ਵੀਡੀਓ ਦੇ ਵਿੱਚ we will discuss the bi-monthly September exam paper ਜਿਹੜਾ ਤੁਸੀਂ ਹੁਣੇ ਦਿੱਤਾ ਹੈ ਉਸ ਦੇ ਸੋਲੂਸ਼ਨਸ ਬਾਰੇ ਗੱਲ ਕਰਾਂਗੇ so that you can see what mistakes you did in your paper and then you can rectify them. So starting with the first question, Rina's teacher told her in class that different parts of plants are used as food. Rina wanted to know that which part of spinach plant is used as food. ਰੀਨਾ ਦੇ ਟੀਚਰ ਨੇ ਕਲਾਸ ਵਿੱਚ ਦੱਸਿਆ ਕਿ ਪਲਾਂਟਸ ਦੇ ਬਹੁਤ ਪਾਰਟਸ ਅਸੀਂ ਖਾਂਦੇ ਹਾਂ ਐਜ਼ ਫੂਡ। ਕਿਸੇ ਪਲਾਂਟ ਦੀ ਅਸੀਂ ਰੂਟ ਖਾਂਦੇ ਹਾਂ, ਕਿਸੇ ਦੇ ਪੱਤੇ ਖਾਂਦੇ ਹਾਂ, ਕਿਸੇ ਦੇ ਸੀਡਸ ਖਾਂਦੇ ਹਾਂ, ਕਿਸੇ ਦਾ ਫਰੂਟ ਖਾਂਦੇ ਹਾਂ। ਤਾਂ ਡਿਫਰੈਂਟ ਪਲਾਂਟਸ ਦਾ ਡਿਫਰੈਂਟ ਪਾਰਟ ਅਸੀਂ ਖਾਂਦੇ ਹਾਂ ਐਜ਼ ਅ ਫੂਡ। ਤਾਂ ਰੀਨਾ ਨੇ ਜਾਣਨਾ ਚਾਹਿਆ ਆਪਣੇ ਟੀਚਰ ਕੋਲੋਂ ਕਿ ਸਪਿਨਚ ਪਲਾਂਟ ਦਾ ਅਸੀਂ ਕਿਹੜੀ ਚੀਜ਼ ਖਾਂਦੇ ਹਾਂ, ਯਾਨੀ ਪਾਲਕ। ਸਪਿਨਚ ਮੀਨਸ ਪਾਲਕ। ਇਸ ਦਾ ਕਿਹੜਾ ਪਾਰਟ ਅਸੀਂ ਖਾਂਦੇ ਹਾਂ। ਬੱਚਿਓ ਤੁਸੀਂ ਆਪਣਾ ਦੇਖਿਆ ਹੋਏਗਾ ਘਰ ਦੇ ਵਿੱਚ ਤੁਹਾਡੇ ਮਦਰ ਜਦੋਂ ਖਾਣਾ ਬਣਾਉਂਦੇ ਆ, ਪਾਲਕ ਬਣਾਉਂਦੇ ਆ, ਤਾਂ ਉਹ ਕਿਹੜੀ ਚੀਜ਼ ਉਹਦੇ ਵਿੱਚੋਂ ਛਾਂਟਦੇ ਆ ਤੇ ਕਿਹੜੀ ਚੀਜ਼ ਬਣਾਉਂਦੇ ਆ। ਯੈਸ, ਸੀ ਆਂਸਰ, ਦੈਟ ਇਜ਼ ਲੀਵਸ। ਪਾਲਕ ਦੇ ਅਸੀਂ ਪੱਤੇ ਆ ਉਹ ਖਾਂਦੇ ਆ। Question second, Geeta asked Akash that how do plants prepare their food? Akash answered that plants prepare their food through। ਤਾਂ ਗੀਤਾ ਨੇ ਆਕਾਸ਼ ਨੂੰ ਕੀ ਪੁੱਛਿਆ ਕਿ ਪੌਦੇ ਆਪਣਾ ਖਾਣਾ ਕਿਵੇਂ ਬਣਾਉਂਦੇ ਆ। ਤਾਂ ਆਕਾਸ਼ ਨੇ ਕੀ ਕਿਹਾ ਕਿ ਪੌਦੇ ਆਪਣਾ ਖਾਣਾ ਕਿਹੜੇ ਪ੍ਰੋਸੈਸ ਨਾਲ ਬਣਾਉਂਦੇ ਆ। ਫੋਟੋਸਿੰਥੇਸਿਸ, ਸੀ। ਇਸ ਪ੍ਰੋਸੈਸ ਦੇ ਵਿੱਚ ਪਲਾਂਟ ਕੀ ਯੂਜ਼ ਕਰਦਾ ਹੈ। ਜੋ ਪਾਣੀ ਤੁਸੀਂ ਉਸ ਦੀਆਂ ਰੂਟਸ ਵਿੱਚ ਜੜ੍ਹਾਂ 'ਚ ਪਾਉਂਦੇ ਹੋ, ਰੂਟਸ ਐਬਜ਼ੌਰਬ ਕਰ ਲੈਂਦੀਆਂ ਮਿਨਰਲਸ ਐਂਡ ਵਾਟਰ, ਹੈ ਨਾ, ਜ਼ਮੀਨ ਸੋਇਲ ਦੇ ਵਿੱਚੋਂ ਮਿਨਰਲਸ ਕਰ ਲੈਂਦੀਆਂ ਔਰ ਵਾਟਰ ਜਿਹੜੀਆਂ ਹੈ ਰੂਟਸ ਐਬਜ਼ੌਰਬ ਕਰ ਲੈਂਦੀਆਂ। ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਤੇ ਕਾਰਬਨ ਡਾਈਆਕਸਾਈਡ ਦੀ ਗੈਸ ਦੀ ਪ੍ਰੈਜ਼ੈਂਸ ਦੇ ਵਿੱਚ ਲੀਵਸ ਜਿਹੜਾ ਹੈ ਉਹ ਦੇ ਮੈਨੂਫੈਕਚਰ ਦਾ ਫੂਡ ਫॉर द ਪਲਾਂਟ। ਐਂਡ ਜਦੋਂ ਦ ਮੈਨੂਫੈਕਚਰ ਦਾ ਜਿਹੜਾ ਪ੍ਰੋਸੈਸ ਹੈ that is called photosynthesis. So C option is the right answer. Then moving on to question 3. Raman's mother asked from him that which disease occurs due to deficiency of vitamin A. Raman's answer will be, ਤਾਂ ਰਮਨ ਦੇ ਮੰਮੀ ਨੇ ਉਹਨੂੰ ਕੀ ਪੁੱਛਿਆ ਕਿ ਜਿਹੜੇ ਵਿਟਾਮਿਨ ਏ ਦੀ ਅਗਰ ਕਿਸੇ ਨੂੰ ਘਾਟ ਹੋ ਜਾਂਦੀ ਹੈ, ਡੈਫੀਸ਼ੀਐਂਸੀ ਹੁੰਦੀ ਹੈ, ਤਾਂ ਉਸ ਨੂੰ ਕਿਹੜੀ ਬਿਮਾਰੀ ਹੋ ਜਾਂਦੀ ਹੈ। ਤਾਂ ਰਮਨ ਨੇ ਕੀ ਕਿਹਾ, ਉਹਨੇ ਪੜ੍ਹਿਆ ਹੋਇਆ ਸੀ ਕਲਾਸ 6 ਵਿੱਚ, ਤਾਂ ਇਸ ਕਰਕੇ ਉਸਨੇ ਦੱਸਿਆ ਬੀ, ਨਾਈਟ ਬਲਾਈਂਡਨੈਸ। ਨਾਈਟ ਬਲਾਈਂਡਨੈਸ ਕੀ ਹੁੰਦੀ ਹੈ, ਅੰਧਰਾਤਾ ਜਿਸ ਨੂੰ ਕਹਿੰਦੇ ਆ। ਜਦੋਂ ਦਿਨ ਖਤਮ ਹੋਣ ਲੱਗਦਾ ਹੈ ਤਾਂ ਥੋੜਾ ਜਿਹਾ ਜਿਹਨੂੰ ਘੁਸਮੁਸਾ ਕਹਿੰਦੇ ਆ, ਮੀਨਸ ਨਾ ਪੂਰੀ ਤਰ੍ਹਾਂ ਰਾਤ ਹੋਈ ਹੁੰਦੀ ਹੈ ਨਾ ਪੂਰੀ ਤਰ੍ਹਾਂ ਦਿਨ, ਅਜੇ ਸੂਰਜ ਛਿਪਿਆ ਨਹੀਂ ਹੁੰਦਾ। ਉਸ ਟਾਈਮ ਦੇ ਵਿੱਚ ਇਸ ਡਿਜ਼ੀਜ਼ ਦੇ ਵਿੱਚ ਜਿਨ੍ਹਾਂ ਨੂੰ ਵਿਟਾਮਿਨ ਏ ਦੀ ਕਮੀ ਹੁੰਦੀ ਹੈ ਉਹਨਾਂ ਨੂੰ ਨਾਈਟ ਬਲਾਈਂਡਨੈਸ ਹੁੰਦੀ ਹੈ, ਦਿਖਣਾ ਘਟ ਜਾਂਦਾ ਬਹੁਤ ਜ਼ਿਆਦਾ। ਤਾਂ ਬੀ ਇਜ਼ ਦ ਰਾਈਟ option, that is night blindness. Then question 4, potato, rice, wheat contain dash in rich quantity। ਤਾਂ ਆਲੂ, ਚਾਵਲ, ਕਣਕ, ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਚੀਜ਼ ਹੁੰਦੀ ਹੈ ਜੋ ਕਿ ਰਿਚ ਕੁਆਂਟੀਟੀ ਦੇ ਵਿੱਚ ਪਾਈ ਜਾਂਦੀ ਹੈ। ਇਹ ਤੁਸੀਂ ਐਕਟੀਵਿਟੀ ਵਿੱਚ ਵੀ ਕਰਕੇ ਦੇਖਿਆ ਹੈ, ਆਪਣੀ ਬੁੱਕ ਦੇ ਵਿੱਚ ਵੀ। ਜਦੋਂ ਅਸੀਂ ਉਸ ਚੀਜ਼ ਦੀ ਟੈਸਟ ਕਰਦੇ ਹਾਂ ਆਇਓਡੀਨ ਦੇ ਨਾਲ, ਤਾਂ ਅਸੀਂ ਆਇਓਡੀਨ ਦੀ ਡ੍ਰੌਪਸ ਪਾਉਂਦੇ ਹਾਂ ਇਹਨਾਂ ਫੂਡਸ ਦੇ ਵਿੱਚ, ਪੋਟੈਟੋ ਦੇ ਵਿੱਚ, ਆਲੂ ਦੇ ਵਿੱਚ ਜਾਂ ਰਾਈਸ ਦੇ ਵਿੱਚ ਜਦੋਂ ਪਾ ਕੇ ਦੇਖਦੇ ਹਾਂ ਤਾਂ ਉਹ ਬਲੈਕ ਹੋ ਜਾਂਦੀ ਹੈ ਆਇਓਡੀਨ। ਔਰ ਇਹ ਟੈਸਟ ਜਿਹੜਾ ਹੈ ਸਟਾਰਚ ਟੈਸਟ ਹੈ। ਸੋ ਆਂਸਰ ਸੀ ਜਿਹੜਾ ਹੈ ਦੈਟ ਇਜ਼ ਸਟਾਰਚ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਪੋਟੈਟੋ, ਰਾਈਸ ਐਂਡ ਵੀਟ, ਇਹਨਾਂ ਵਿੱਚ ਸਟਾਰਚ ਹੁੰਦਾ ਹੈ। ਸੋ ਸੀ ਇਜ਼ ਦ ਰਾਈਟ ਆਪਸ਼ਨ। ਦੈਨ ਕੁਐਸਚਨ 5, the diet which contains all the necessary nutrients in sufficient quantity is called। ਤਾਂ ਉਹ ਭੋਜਨ ਜਿਸ ਦੇ ਵਿੱਚ ਸਾਰੀਆਂ ਹੀ ਫੂਡ ਦੀ ਨੈਸੈਸਰੀ ਨਿਊਟਰੀਐਂਟਸ ਯਾਨੀ ਕਿ ਸਾਰੀਆਂ ਨਿਊਟਰੀਐਂਟਸ ਹੁੰਦੀਆਂ ਹੈ ਸਹੀ ਮਾਤਰਾ ਦੇ ਵਿੱਚ, ਉਸ ਨੂੰ ਕੀ ਕਹਿੰਦੇ ਆ। ਚੀਪ ਡਾਈਟ, ਸਸਤੀ ਡਾਈਟ, ਕੋਸਟਲੀ ਡਾਈਟ, ਮਹਿੰਗੀ ਡਾਈਟ, ਫਾਸਟ ਫੂਡ ਜਿਹੜਾ ਬੜੀ ਜਲਦੀ ਬਣਦਾ, ਕੁਇਕਲੀ ਬਣਦਾ ਫੂਡ, ਜਿਵੇਂ 버ਗਰ, ਸਮੋਸਾ, ਫ੍ਰੈਂਚ ਫਰਾਈਜ਼ ਤੁਸੀਂ ਖਾਂਦੇ ਹੋ, ਜਾਂ ਬੈਲੈਂਸਡ ਡਾਈਟ, ਸੰਤੁਲਿਤ ਆਹਾਰ। ਤਾਂ ਆਪਸ਼ਨ ਕੀ ਹੈ, ਡੀ, ਇਟ ਇਜ਼ ਦ ਰਾਈਟ ਆਂਸਰ, ਬੈਲੈਂਸਡ ਡਾਈਟ। ਬੱਚਿਓ ਇਹਦੇ ਵਿੱਚ ਬੈਲੈਂਸ ਡਾਈਟ ਦੇ ਵਿੱਚ ਸਹੀ ਮਾਤਰਾ ਦੇ ਵਿੱਚ, ਸਹੀ ਕੁਆਂਟੀਟੀ ਦੇ ਵਿੱਚ ਕਾਰਬੋਹਾਈਡਰੇਟਸ, ਫੈਟਸ, ਪ੍ਰੋਟੀਨਸ, ਮਿਨਰਲਸ, ਵਿਟਾਮਿਨਸ, ਵਾਟਰ, ਰਫੇਜ, ਰਫੇਜ ਹੁੰਦੀ ਹੈ ਸਲਾਦ ਤੋਂ, ਸੈਲਡ ਜਿਹੜਾ ਅਸੀਂ ਖਾਂਦੇ ਹਾਂ,
ਖੀਰਾ ਟਮਾਟਰ ਇਹ ਦਿੰਦਾ ਹੈ, ਤਾਂ ਬੈਲੈਂਸਡ ਡਾਈਟ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਸਹੀ ਪ੍ਰਪੋਰਸ਼ਨ ਦੇ ਵਿੱਚ ਹੋਣੀਆਂ ਚਾਹੀਦੀਆਂ ਹੈ, ਤਾਂ ਹੀ ਸਾਨੂੰ ਸਫੀਸ਼ੀਐਂਟ ਕੁਆਂਟੀਟੀ ਦੇ ਵਿੱਚ ਨਿਊਟ੍ਰੀਐਂਟਸ ਮਿਲ ਸਕਦੀਆਂ। So D is the right answer. Then question 6. When gardener was watering the plants, then Ravi observed that water goes into soil. He asked his teacher that which part of plant helps in absorbing water and minerals from soil. ਤਾਂ ਗਾਰਡਨਰ ਜਦੋਂ ਮਾਲੀ ਪਾਣੀ ਦੇ ਰਿਹਾ ਸੀ ਪਾਣੀ ਪਲਾਂਟਸ ਨੂੰ, ਤਾਂ ਰਵੀ ਨੇ ਦੇਖਿਆ ਕਿ ਸਾਰਾ ਪਾਣੀ ਜਿਹੜਾ ਹੈ ਉਹ ਮਿੱਟੀ ਦੇ ਵਿੱਚ ਸੋਇਲ ਦੇ ਵਿੱਚ ਜਾਈ ਜਾ ਰਿਹਾ। ਤਾਂ ਉਸਨੇ ਟੀਚਰ ਨੂੰ ਕੀ ਪੁੱਛਿਆ ਕਿ ਪਲਾਂਟ ਦਾ ਐਸਾ ਕਿਹੜਾ ਪਾਰਟ ਹੈ ਜੋ ਪਾਣੀ ਨੂੰ ਐਬਜ਼ੌਰਬ ਕਰ ਰਿਹਾ ਹੈ ਔਰ ਮਿੱਟੀ ਵਿੱਚੋਂ ਮਿਨਰਲਸ ਨੂੰ ਐਬਜ਼ੌਰਬ ਕਰ ਰਿਹਾ ਹੈ। ਤਾਂ ਟੀਚਰ ਨੇ ਕੀ ਜਵਾਬ ਦਿੱਤਾ ਕਿ ਤੁਹਾਨੂੰ ਪਤਾ ਹੈ ਕਿ ਪਲਾਂਟ ਜਦੋਂ ਅਸੀਂ ਪਾਣੀ ਦਿੰਦੇ ਹਾਂ ਤਾਂ ਪਲਾਂਟ ਦੀਆਂ ਜੜ੍ਹਾਂ ਦੇ ਵਿੱਚ ਜਾਂਦਾ ਹੈ ਔਰ ਜੜ੍ਹਾਂ ਜਿਹੜੀਆਂ ਰੂਟਸ ਜਿਹੜੀਆਂ ਹੁੰਦੀਆਂ ਉਹ ਹੀ ਪਾਣੀ ਨੂੰ ਐਂਡ ਮਿਨਰਲਸ ਨੂੰ ਐਬਜ਼ੌਰਬ ਕਰਦੀਆਂ। ਸੋ ਆਨਸਰ ਆਪਸ਼ਨ ਬੀ roots is the right answer. Question 7. Ram knows that plants prepare their own food, but he wants to know that in which part of plant the process of photosynthesis takes place. ਤੇ ਰਾਮ ਨੇ ਕੀ ਪੁੱਛਿਆ, ਉਹ ਜਾਨਣਾ ਚਾਹੁੰਦਾ ਹੈ ਕਿ ਇੰਨਾ ਤਾਂ ਉਹਨੂੰ ਪਤਾ ਹੈ ਕਿ ਪੌਦੇ ਆਪਣਾ ਖਾਣਾ ਭੋਜਨ ਆਪ ਬਣਾਉਂਦੇ ਹਨ, ਬਟ ਉਹ ਪਲਾਂਟ ਦੇ ਕਿਹੜੇ ਹਿੱਸੇ ਵਿੱਚ ਬਣਦਾ ਹੈ ਪ੍ਰੋਸੈਸ ਆਫ ਫੋਟੋਸਿੰਥੇਸਿਸ ਦੇ ਦੁਆਰਾ। ਤਾਂ ਸਾਨੂੰ ਪਤਾ ਹੈ ਕਿ ਜਿਵੇਂ ਸਾਡੀ ਕਿਚਨ ਘਰ ਦੇ ਵਿੱਚ ਖਾਣਾ ਬਣਦਾ ਹੈ, ਤਾਂ ਪਲਾਂਟਸ ਦੀ ਕਿਚਨ ਕਿਹੜੀ ਹੁੰਦੀ ਹੈ, ਲੀਵਸ ਪੱਤੇ, ਜਿਹੜੇ ਪੱਤੇ ਹੁੰਦੇ ਆ ਗ੍ਰੀਨ ਕਲਰ ਦਾ ਕਲੋਰੋਫਿਲ ਪਿਗਮੈਂਟ ਹੁੰਦਾ ਉਸ ਦੇ ਵਿੱਚ ਫੋਟੋਸਿੰਥੇਸਿਸ ਦੇ ਦੌਰਾਨ ਜਦੋਂ ਕਾਰਬਨ ਡਾਈਆਕਸਾਈਡ ਵੀ ਚਾਹੀਦੀ ਹੈ, ਸਨਲਾਈਟ ਵੀ ਚਾਹੀਦੀ ਹੈ, ਪਾਣੀ ਵੀ ਚਾਹੀਦਾ ਹੈ, ਉਸ ਟਾਈਮ ਉਸ ਪਿਗਮੈਂਟ ਦਾ ਹੋਣਾ ਵੀ ਜ਼ਰੂਰੀ ਹੈ। ਤਾਂ ਉਹ ਪਿਗਮੈਂਟ ਜਿਹੜਾ ਇਟ ਇਜ਼ ਫਾਊਂਡ ਇਨ ਲੀਵਸ ਔਰ ਇਸੇ ਕਰਕੇ ਉਹ ਗ੍ਰੀਨ ਕਲਰ ਦਾ ਪਿਗਮੈਂਟ ਹੁੰਦਾ, ਤਾਂ ਹੀ ਪਲਾਂਟ ਸਾਰੇ ਗ੍ਰੀਨ ਹੁੰਦੇ ਆ। ਤਾਂ ਸੀ ਜਿਹੜਾ ਆਨਸਰ ਹੈ ਆਪਸ਼ਨ ਸੀ ਲੀਵਸ ਇਜ਼ ਦਾ ਰਾਈਟ ਆਨਸਰ। ਪੌਦਿਆਂ ਦੀ ਕਿਚਨ ਜੋ ਹੈ ਉਹ ਲੀਵਸ ਪੱਤਿਆਂ ਦੇ ਵਿੱਚ ਹੈ। Question 8. That is not a natural fiber. ਇਹਨਾਂ ਵਿੱਚੋਂ ਕਿਹੜਾ ਕੁਦਰਤੀ ਰੇਸ਼ਾ ਨਹੀਂ ਹੈ। ਨੈਚੁਰਲ ਫਾਈਬਰ ਇਜ਼ ਦਾ ਫਾਈਬਰ ਵਿਚ ਵੀ ਗੈਟ ਫਰੋਮ ਨੇਚਰ। ਨੇਚਰ ਕਿਹੜੀ ਹੈ, ਫਰੋਮ ਐਨੀਮਲਸ। ਜਿਵੇਂ ਸਾਨੂੰ ਪਤਾ ਵੂਲ ਕਿੱਥੋਂ ਮਿਲਦੀ ਹੈ, ਸ਼ੀਪ ਤੋਂ। ਤਾਂ ਸ਼ੀਪ ਜਾਂ ਰੈਬਿਟਸ ਤੋਂ, ਜਾਂ ਕਈ ਵਾਰੀ ਆਪਾਂ ਕੈਮਲਸ ਤੋਂ ਵੀ ਪੜ੍ਹੀ ਹੈ ਨਾ। ਤਾਂ ਇਹ ਜਿਹੜੀ ਬੱਚੇ ਵੂਲ ਹੈ ਉਹ ਇੱਕ ਐਨੀਮਲ ਜੋ ਸੋਰਸ ਹੈ ਐਨੀਮਲਸ ਤੋਂ ਮਿਲਦਾ, ਔਰ ਐਨੀਮਲ ਕੀ ਹੈ, ਨੇਚਰ ਨੇ ਦਿੱਤੇ ਹੋਏ ਆ, ਤਾਂ ਇਟ ਇਜ਼ ਅ ਨੈਚੁਰਲ ਫਾਈਬਰ ਹੋਇਆ। ਫਿਰ ਅਸੀਂ ਸੀ ਹੋਰ ਡੀ ਦੇਖ ਲਓ। ਸੀ ਇਜ਼ ਸਿਲਕ। ਸਿਲਕ ਸਾਨੂੰ ਕਿੱਥੋਂ ਮਿਲਦਾ ਹੈ, ਸਿਲਕ ਵੋਮ ਤੋਂ, ਉਹ ਵੀ ਤਾਂ ਨੇਚਰ ਨੇ ਹੀ ਬਣਾਇਆ। ਡੀ ਜਿਹੜਾ ਹੈ ਜੂਟ, ਜੂਟ ਨੂੰ ਅਸੀਂ ਪਟਸਨ ਦੇ ਨਾਲ ਵੀ ਜਾਣਦੇ ਹਾਂ। ਸੇਬਾ, ਜਿਹਨੂੰ ਸੇਬੇ ਤੁਸੀਂ ਦੇਖਿਆ ਹੋਏਗਾ, ਜਾਂ ਰੋਪਸ ਬਣਦੀਆਂ, ਮੈਟਸ ਬਣਦੇ ਆ, ਹੈ ਨਾ। ਤਾਂ ਜੂਟ ਜਿਹੜਾ ਹੈ ਉਹ ਇੱਕ ਸਟੈਮ ਦਾ ਫਾਈਬਰ ਹੈ, ਪਲਾਂਟ ਦਾ ਸੋਰਸ ਹੈ, ਪਲਾਂਟ ਤੋਂ ਮਿਲਦਾ। ਤਾਂ ਪਲਾਂਟ ਵੀ ਤਾਂ ਨੈਚੁਰਲ ਹੋ ਗਿਆ। ਤਾਂ ਫਿਰ ਇਹਨਾਂ ਨੇ ਕੀ ਕੁਐਸਚਨ ਕੀ ਪੁੱਛਿਆ, ਦ ਕੁਐਸਚਨ ਇਜ਼ ਦੈਟ ਇਟ ਇਜ਼ ਨਾਟ ਅ ਨੈਚੁਰਲ ਫਾਈਬਰ। ਤਾਂ ਰੇਸ਼ੇ ਤਾਂ ਇਹ ਸਾਰੇ ਹੀ ਹੈ, ਪਰ ਬੀ ਜਿਹੜਾ ਨਾਈਲਨ ਹੈ that is a man-made fiber. It is not a natural, ਕਿਤੇ natural animal ਜਾਂ plant ਤੋਂ ਨਹੀਂ ਮਿਲਦਾ, ਇਹ ਫੈਕਟਰੀ ਇੰਡਸਟਰੀ ਦੇ ਵਿੱਚ ਮੈਨ ਦੁਆਰਾ, ਮਨੁੱਖ ਦੁਆਰਾ ਬਣਾਇਆ ਜਾਂਦਾ ਹੈ। ਸੋ ਆਪਸ਼ਨ ਬੀ nylon is the right answer. Question 9. The process of separating the seeds from cotton balls is called. ਤਾਂ ਸੀਡਸ ਕਾਟਨ ਬੋਲ, ਕਾਟਨ ਜਿਹੜੀ ਹੁੰਦੀ ਹੈ ਉਹ ਪਲਾਂਟਸ ਤੇ ਲੱਗਦੀ ਹੈ ਤੇ ਉਹਦੀਆਂ ਬੋਲਸ ਹੁੰਦੀਆਂ, ਤੇ ਕਾਟਨ ਬੋਲਸ ਨੂੰ ਜਦੋਂ ਸੈਪਰੇਟ ਕਰਦੇ ਆ ਉਸ ਦੇ ਵਿੱਚੋਂ ਵੀ ਫਾਈਬਰ ਨੂੰ ਅਲੱਗ ਕਰਨ ਵਾਸਤੇ ਉਹਦੇ ਵਿੱਚ ਕੁਝ ਬੀਜ ਸੀਡਸ ਜਿਹੜੇ ਹੁੰਦੇ ਆ ਔਰ ਡੈਬਰੀਜ਼, ਡਸਟ, ਛੋਟਾ ਕੁਝ ਲੱਕੜੀ, ਵੁੱਡ ਜਿਹੜਾ ਹੁੰਦਾ ਉਹ ਹੁੰਦਾ। ਤਾਂ ਉਸ ਚੀਜ਼ ਨੂੰ ਸੈਪਰੇਟ ਕਰਨ ਵਾਸਤੇ ਕਾਟਨ ਫਾਈਬਰ ਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਸੈਪਰੇਟ ਕਰਨ ਦੇ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ ਹੈ, ਗਿਨਿੰਗ। ਸੋ ਸੀ ਇਜ਼ ਦ ਰਾਈਟ ਆਂਸਰ। Question 10. Sita's mother purchased wool from market. Sita asked from her mother that in which season woolen clothes are worn. ਤਾਂ ਸੀਤਾ ਦੇ ਮਦਰ ਨੇ ਮਾਰਕੀਟ ਤੋਂ ਵੂਲ ਲਈ, ਉੱਨ ਲਈ ਹੈ, ਤੇ ਉਸਨੂੰ ਪੁੱਛਿਆ ਕਿ ਇਸ ਵੂਲਨ ਫਾਈਬਰ ਦੇ ਕੱਪੜੇ ਕਦੋਂ ਪੈਣੇ ਹੈ, ਕਦੋਂ ਪਾਏ ਜਾਂਦੇ ਆ, ਵੇਅਰ ਕਰਨੇ ਹੈ। ਤਾਂ ਵੂਲ ਜਾਂ ਉੱਨ ਤੋਂ ਬਣੇ ਕੱਪੜੇ ਅਸੀਂ ਠੰਡ ਤੋਂ ਬਚਾਉਣ ਵਾਸਤੇ ਪਹਿਨਦੇ ਹਾਂ, ਐਂਡ ਦਿਸ ਇਜ਼ ਆਪਸ਼ਨ ਬੀ ਵਿੰਟਰ ਸੀਜ਼ਨ ਦੇ ਵਿੱਚ ਪਾਏ ਜਾਂਦੇ ਆ ਵੂਲਨ ਕਲੋਥਸ। ਦੈਨ ਕੁਐਸਚਨ 11. ਡੈਸ਼ ਐਂਡ ਡੈਸ਼ ਆਰ ਆਰਟੀਫਿਸ਼ੀਅਲ ਫਾਈਬਰਸ। ਆਰਟੀਫਿਸ਼ੀਅਲ ਮੀਨਸ ਜੋ ਮੈਨ ਮੇਡ ਹੁੰਦੇ ਆ, ਮਨੁੱਖ ਦੁਆਰਾ ਬਣਾਏ ਗਏ ਹੁੰਦੇ ਆ ਇੰਡਸਟਰੀਜ਼ ਐਂਡ ਫੈਕਟਰੀਜ਼ ਦੇ ਵਿੱਚ। ਇਟ ਇਜ਼ ਨਾਟ ਅ ਨੈਚੁਰਲ ਸੋਰਸ, ਨੈਚੁਰਲ ਫਾਈਬਰ ਨਹੀਂ ਹੁੰਦਾ, ਕੁਦਰਤ ਤੋਂ ਨਹੀਂ ਮਿਲਦਾ। ਤੇ ਇਹਦੇ ਵਿੱਚ ਕਿਹੜੇ ਹੈ, ਪਹਿਲਾ ਕੀ ਹੈ, ਕਾਟਨ ਵੂਲ, ਦੈਨ ਜੂਟ, ਨਾਈਲਨ। ਕਾਟਨ ਵੀ ਸਾਨੂੰ ਪਤਾ ਪਲਾਂਟ ਤੋਂ ਮਿਲਦੀ ਹੈ, ਵੂਲ ਐਨੀਮਲਸ ਤੋਂ ਮਿਲਦੀ ਹੈ, ਜੂਟ ਵੀ ਪਲਾਂਟ ਸਟੈਮ ਤੋਂ ਮਿਲਦੇ ਆ, ਠੀਕ ਹੈ। ਨਾਈਲਨ ਆਰਟੀਫਿਸ਼ੀਅਲ ਹੋ ਗਿਆ। ਦੈਨ ਨਾਈਲਨ ਐਂਡ ਪੋਲਿਸਟਰ, ਸੀ ਆਪਸ਼ਨ ਹੈ
दैट इज द राइट आंसर। नायलन पॉलिस्टर दोनों ही आर्टिफिशियल फाइबर्स हैं। देन क्वेश्चन 12, रस्टिंग ऑफ आयरन इज अ डैश चेंज। ਤਾਂ ਰਸਟਿੰਗ ਆਫ ਆਇਰਨ ਮਤਲਬ ਆਇਰਨ ਦਾ ਜੰਗ ਲੱਗਣਾ। यदि ਅਸੀਂ ਕੋਈ ਵੀ ਸਾਈਕਲ ਜਾਂ ਕੋਈ ਵੀ ਲੋਹੇ ਦਾ ਟੁਕੜਾ ਜਾਂ ਕੋਈ ਗੇਟ ਜਿਹੜਾ ਤੁਸੀਂ ਦੇਖੋਗੇ ਰੇਨੀ ਸੀਜ਼ਨ ਦੇ ਵਿੱਚ ਕੀ ਹੁੰਦਾ, ਉਸਨੂੰ ਜੰਗ ਲੱਗ ਜਾਂਦੀ ਹੈ। ਤਾਂ ਰਸਟਿੰਗ ਆਫ ਆਇਰਨ ਜੋ ਹੈ ਉਹ ਕਿਸ ਤਰ੍ਹਾਂ ਦੀ ਚੇਂਜ ਹੈ? ਸਲੋ ਹੈ, ਹੌਲੀ ਹੌਲੀ ਲੱਗਦੀ ਹੈ ਕਿ ਇੱਕਦਮ ਲੱਗ ਜਾਂਦੀ ਹੈ ਜੰਗ? ਬੀ ਹੈ ਰਸਟ ਬਿਲਕੁਲ ਫਾਸਟ ਲੱਗ ਜਾਂਦੀ ਹੈ, ਬਾਰਿਸ਼ ਪਈ ਤੇ ਨਾਲ ਹੀ ਲੱਗ ਗਈ। ਸੀ ਇਰਰਿਵਰਸੀਬਲ ਹੈ, ਜਦ ਇੱਕ ਵਾਰੀ ਜੰਗ ਲੱਗ ਜਾਏ ਤਾਂ ਉਹ ਮੁੜ ਕੇ ਵਾਪਸ ਨਹੀਂ ਹੁੰਦੀ। या फिर डी ऑप्शन है ए एंड सी बोथ। ਤਾਂ ए एंड सी बोथ है क्योंकि रस्टिंग एक स्लो प्रोसैस है। कई बारी कुछ कई दिन लग जाते हैं किसी चीज़ बाहर पई चीज़ ਨੂੰ ਰਸਟ ਲੱਗਣ ਦੇ ਵਿੱਚ, ਔਰ ਦੂਸਰਾ ਉਹਨੂੰ ਮੁੜ ਕੇ ਵਾਪਸ ਠੀਕ ਨਹੀਂ ਉਹ ਕੀਤਾ ਜਾਂਦਾ। ਤਾਂ ਇਰਰਿਵਰਸੀਬਲ ਹੈ, ਯਾਨੀ ਕਿ ਅਪਰਤਵੀ ਹੈ, ਵਾਪਸ ਉਹੀ ਤੁਹਾਨੂੰ ਨਾਰਮਲ ਲੋਹੇ ਵਾਲੀ ਚੀਜ਼ ਨਹੀਂ ਮਿਲ ਸਕਦੀ। ਇੱਕ ਵਾਰੀ ਜੰਗ ਲੱਗ ਜਾਏ ਤਾਂ ਉਹ ਖਰਾਬ ਹੋ ਜਾਂਦੀ ਹੈ, ਡਿਟੀਰੀਓਰੇਟ ਹੋ ਜਾਂਦੀ ਹੈ। ਸੋ ਆਪਸ਼ਨ ਡੀ ए एंड सी बोथ इज द राइट आंसर। then question 13, metals dash on heating। ਮੈਟਲਸ ਜਿਹੜੀਆਂ ਹੈ ਗਰਮ ਕਰਨ ਤੇ ਕੀ ਹੁੰਦਾ ਹੈ? ਕੰਟਰੈਕਟ ਸੁੰਗੜ ਜਾਂਦੀਆਂ, ਐਕਸਪੈਂਡ ਵੱਧ ਜਾਂਦੀਆਂ, ਫੁੱਲ ਜਾਂਦੀਆਂ ਜਾਂ ਵੱਧ ਜਾਂਦੀਆਂ, ਵਾਧਾ ਹੋ ਜਾਂਦਾ ਉਹਨਾਂ ਦੇ ਸਾਈਜ਼ ਵਿੱਚ। ਸੀ ਕੋਈ ਚੇਂਜ ਨਹੀਂ ਹੁੰਦਾ। ਐਂਡ ਡੀ ਕਦੇ ਕਦੇ ਐਕਸਪੈਂਡ ਹੁੰਦੀਆਂ, ਕਦੇ ਕਦੇ ਕੰਟਰੈਕਟ ਹੁੰਦੀਆਂ। ਤਾਂ ਮੈਟਲਸ ਦੀ ਐਕਟੀਵਿਟੀ ਵੀ ਹੈ ਜਿਸ ਦੇ ਵਿੱਚ ਲੂਪ ਨੂੰ ਜਦੋਂ ਗਰਮ ਕਰਦੇ ਹਾਂ, ਜਿਹੜਾ ਬੋਲ ਹੈਗੀ ਹੈ ਬੋਲ ਐਂਡ ਲੂਪ ਵਾਲੀ ਐਕਟੀਵਿਟੀ, ਤਾਂ ਉਹਦੇ ਵਿੱਚ ਵੀ ਜਦੋਂ ਐਕਸਪੈਂਡ ਕਰਦੀ ਹੈ ਤਾਂ ਜਦੋਂ ਬੋਲ ਨੂੰ ਉਸਦੇ ਰਿੰਗ ਦੇ ਵਿੱਚੋਂ ਲੰਘਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜਦੋਂ ਗਰਮ ਕੀਤੀ ਹੋਈ ਬੋਲ ਹੁੰਦੀ ਹੈ ਉਹਦੇ ਵਿੱਚੋਂ ਨਹੀਂ ਲੰਘਦੀ ਹੈ ਕਿਉਂਕਿ ਉਹ ਐਕਸਪੈਂਡ ਹੋ ਜਾਂਦੀ ਹੈ ਮੈਟਲ। ਤੇ ਅਗਰ ਉਸਨੂੰ ਵੈਸੇ ਹੀ ਜਿਸ ਤਰ੍ਹਾਂ ਉਹ ਪਈ ਹੈ ਠੰਡੀ ਨੂੰ ਹੀ ਅਗਰ ਲਗਾਉਣ ਉਹਦੇ ਵਿੱਚੋਂ ਲੰਘਾਉਣ ਦੀ ਰਿੰਗ ਵਿੱਚੋਂ ਕੋਸ਼ਿਸ਼ ਕਰਦੇ ਹਾਂ, ਡਾਇਗਰਾਮ ਤੁਸੀਂ ਦੇਖੋ, ਤਾਂ ਉਹ ਈਜ਼ੀਲੀ ਲੰਘ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿੰਨੇ ਵੀ ਕਾਰਟ ਤੁਸੀਂ ਟਾਂਗਾਸ ਵਗੈਰਾ ਦੇਖੇ ਹੋਣਗੇ ਉਹਨਾਂ ਦੇ ਵੀਲਸ ਤੇ ਇੱਕ ਲੋਹੇ ਦਾ ਰਿਮ ਚੜਿਆ ਹੁੰਦਾ। ਤਾਂ ਉਹ ਰਿਮ ਚੜਾਉਣ ਦਾ ਮਕਸਦ ਕੀ ਹੈ ਕਿ ਸਪੋਰਟ ਮਿਲੇ, ਕਿਉਂਕਿ ਜਾਂ ਤਾਂ ਲੱਕੜੀ ਦਾ ਹੁੰਦਾ ਹੈਗਾ ਕਾਰਟ ਦਾ, ਜਿਹੜਾ ਟਾਂਗਾ ਵਗੈਰਾ ਜਿਹੜਾ ਕਾਰਟ ਦੇਖਦੇ ਹੋ ਤੁਸੀਂ ਉਹ ਲੱਕੜੀ ਦੇ ਉਹਦੇ ਬਣੇ ਹੁੰਦੇ ਆ। ਤਾਂ ਉਹਨੂੰ ਸਪੋਰਟ ਦੇਣ ਵਾਸਤੇ, ਸਟਰੈਂਥ ਦੇਣ ਵਾਸਤੇ ਰਿੰਗ ਚੜਾਉਣਾ ਪੈਂਦਾ ਲੋਹੇ ਦਾ। ਰਿੰਗ ਚੜਾਉਣ ਦਾ ਪ੍ਰੋਸੀਜਰ ਕੀ ਹੈ ਕਿ ਉਸ ਰਿੰਗ ਨੂੰ ਗਰਮ ਕੀਤਾ ਜਾਂਦਾ ਹੈ ਤੇ ਆਇਰਨ ਦਾ ਰਿੰਗ ਜਿਹੜਾ ਹੁੰਦਾ ਹੈ ਮੈਟਲ ਹੈ ਉਹ ਐਕਸਪੈਂਡ ਕਰੇਗਾ ਤੇ ਫਿਰ ਉਹਦੇ ਵਿੱਚ ਲੱਕੜੀ ਦਾ ਉਹ ਜਿਹੜਾ ਵੀਲ ਹੈ ਪਹੀਆ ਉਹ ਰੱਖ ਦਿੱਤਾ ਜਾਂਦਾ। ਤਾਂ ਐਕਸਪੈਂਡ ਕੀਤੀ ਹੋਈ ਮੈਟਲ ਜਦੋਂ ਠੰਡੀ ਹੁੰਦੀ ਹੈ ਤਾਂ ਵਾਪਸ ਸੁੰਗੜ ਕੇ ਫਿਰ ਉਹ ਉਸ 'ਤੇ ਵੀਲ ਨੂੰ ਗ੍ਰਿਪ ਕਰ ਲੈਂਦੀ ਹੈ। ਤਾਂ ਮਤਲਬ ਮੈਟਲ ਜਿਹੜੇ ਹੈ ਇਹੀ ਕੁਆਲਿਟੀ ਉਹਦੀ property use ਹੋਈ ਹੈ ਕਿ metals expand on heating, means B is the right answer। then moving on to question 14, no new substance is formed in dash change। ਤਾਂ ਕੋਈ ਵੀ ਨਵਾਂ ਸਬਸਟੈਂਸ ਨਹੀਂ ਬਣਦਾ ਜਦੋਂ ਇੱਕ ਚੇਂਜ ਹੁੰਦੀ ਹੈ ਜਾਂ ਕੋਈ ਵੀ ਕੈਮੀਕਲ ਚੇਂਜ ਹੈ। ਜਿਵੇਂ ਕਾਗਜ਼ ਨੂੰ ਜਲਾਉਂਦੇ ਹਾਂ, ਇਫ ਯੂ ਬਰਨ ਅ ਪੇਪਰ ਤਾਂ ਕੀ ਹੋਏਗਾ? ਪੇਪਰ ਜਲ ਜਾਏਗਾ, ਰਾਖ ਬਣ ਜਾਏਗੀ, ਉਹਦੀ ਫਾਰਮ ਚੇਂਜ ਹੋ ਗਈ, ਬਲੈਕ ਹੋ ਗਿਆ। ਜਿਹੜਾ ਰਿਐਕਸ਼ਨ ਹੋਇਆ ਉਸ ਪ੍ਰੋਸੈਸ ਦੇ ਦੌਰਾਨ ਗੈਸਿਸ ਨਿਕਲੀਆਂ, ਕਾਰਬਨ ਡਾਈਆਕਸਾਈਡ ਨਿਕਲੀ। ਤਾਂ ਕੈਮੀਕਲ ਚੇਂਜਸ ਉਹ ਚੇਂਜਸ ਹੁੰਦੀਆਂ ਜਿਹਦੇ 'ਚ ਕੁਛ ਨਵੀਂ ਚੀਜ਼ ਬਣ ਜਾਏ। ਫਿਜ਼ੀਕਲ ਚੇਂਜ ਉਹ ਚੀਜ਼ ਹੈ ਜਿਹਦੇ 'ਚ ਕਿ ਕੋਈ ਵੀ, ਜਿਵੇਂ ਤੁਸੀਂ ਐਗਜ਼ਾਮਪਲ ਦੇਖੋ, ਪਾਣੀ ਨੂੰ ਬੋਇਲ ਕਰਨਾ, ਵਾਟਰ ਬੋਇਲ ਕਰ ਰਹੇ ਹੋ, ਪਹਿਲਾਂ ਪਾਣੀ ਠੰਡਾ ਸੀ ਫਿਰ ਬੋਇਲ ਕੀਤਾ, ਪਾਣੀ ਵਾਟਰ ਹੀ ਰਹੇਗਾ। ਤਾਂ ਉਹਦੇ 'ਚ ਕੋਈ ਨਵੀਂ ਚੀਜ਼ ਨਹੀਂ ਬਣ ਰਹੀ। ਇਸੇ ਤਰ੍ਹਾਂ ਹੀ ਗਲਾਸ ਹੈ, ਬ੍ਰੇਕਿੰਗ ਅ ਗਲਾਸ ਟੁੱਟ ਗਿਆ ਤਾਂ ਗਲਾਸ ਦੇ ਵਿੱਚ ਟੁੱਟ ਕੇ ਉਹਦੇ ਟੁਕੜੇ ਹੋਏ ਆ, ਬਟ ਗਲਾਸ ਜਿਹੜਾ ਕੱਚ ਹੀ ਰਹੇਗਾ, ਹੈ ਨਾ, ਉਹਦੀ ਵੀ ਕੋਈ ਬੱਚੇ ਨਵੀਂ ਚੀਜ਼ ਨਹੀਂ, ਨਿਊ ਥਿੰਗ ਨਹੀਂ ਬਣ ਰਹੀ ਹੈ। ਤਾਂ ਇਸੇ ਤਰ੍ਹਾਂ ਹੀ ਜਦੋਂ ਤੁਸੀਂ ਪੇਪਰ ਨੂੰ ਕੈਂਚੀ ਨਾਲ ਕੱਟ ਦਿੱਤਾ, ਹੈ ਨਾ, ਸ਼ਰੈਡ ਕਰ ਦਿੱਤਾ, ਤਾਂ ਉਹਦੇ ਟੁਕੜੇ ਜ਼ਰੂਰ ਹੋ ਗਏ ਬਟ ਕਾਗਜ਼ ਤਾਂ ਕਾਗਜ਼ ਹੀ ਰਿਹਾ, ਹੈ ਨਾ। ਜਦੋਂ ਅਸੀਂ ਜਲਾਇਆ ਸੀ ਉਸ ਟਾਈਮ ਕੈਮੀਕਲ ਚੇਂਜ ਹੋਈ ਸੀ ਕਿਉਂਕਿ ਉਹਦੇ 'ਚ ਕਿੰਨੀਆਂ ਚੇਂਜਿਸ ਆ ਗਈਆਂ ਸੀ। ਉਹਦਾ ਕਲਰ ਚੇਂਜ ਹੋ ਗਿਆ, ਉਹ ਬਲੈਕ ਹੋ ਗਿਆ, ਨੀਚੇ ਸਵਾਹ ਵੜ ਗਈ, ਉਹਦੇ 'ਚ ਗੈਸਿਸ ਰਿਲੀਜ਼ ਹੋਈਆਂ, ਲਾਈਟ ਹੋਈ ਤਾਂ ਹੀਟ ਐਨਰਜੀ ਵੀ ਨਿਕਲੀ, ਕੈਮੀਕਲ ਐਨਰਜੀ ਵੀ ਹੋਈ ਹੈ, ਠੀਕ ਹੈ। ਫਿਜ਼ੀਕਲ ਚੇਂਜ ਦੇ ਵਿੱਚ ਜਦੋਂ ਅਸੀਂ ਕਾਗਜ਼ ਨੂੰ ਕੈਂਚੀ ਨਾਲ ਕੱਟ ਕਰ ਦਿੱਤਾ ਤਾਂ ਉਹਦੇ 'ਚ ਪੀਸਿਸ ਹੀ ਬਣੇ ਆ, ਕਾਗਜ਼ ਹੀ ਰਿਹਾ। ਐਂਡ ਫਿਜ਼ੀਕਲ ਦੀਆਂ ਹੋਰ ਐਗਜ਼ਾਮਪਲਸ ਹੈ ਜਿਵੇਂ ਕਿ ਬਰਫ਼ ਤੁਸੀਂ ਦੇਖੀ ਹੈ ਮੈਲਟ ਹੋ ਜਾਂਦੀ ਹੈ। ਬਰਫ਼ ਪਹਿਲਾਂ ਕੀ ਸੀ? ਪਾਣੀ ਸੀ, ਮੈਲਟ ਹੋਣ ਤੋਂ ਬਾਅਦ ਵੀ ਪਾਣੀ ਹੈ। ਸੋ ਨੋ ਨਿਊ ਸਬਸਟੈਂਸਿਸ ਫॉर्म। ਇਸੇ ਤਰ੍ਹਾਂ ਹੀ ਲੱਕੜੀ ਹੈ, ਅਸੀਂ ਉਸਨੂੰ ਪੀਸਿਸ ਵਿੱਚ ਕੱਟ ਦਈਏ ਤਾਂ ਲੱਕੜੀ ਹੀ ਰਹੇਗੀ, ਚਾਹੇ ਉਹ ਪੀਸਿਸ ਵਿੱਚ ਕੱਟਦੀ ਹੈ ਜਾਂ ਉਸ ਤੋਂ ਪਹਿਲਾਂ ਦੀ ਹੋਵੇ। ਬਟ ਅਗਰ ਅਸੀਂ ਉਸਨੂੰ ਜਲਾਉਂਦੇ ਹਾਂ ਫਿਰ ਉਹ ਕੈਮੀਕਲ ਚੇਂਜ ਹੋ ਜਾਏਗੀ ਕਿਉਂਕਿ ਨਿਊ ਸਬਸਟੈਂਸਿਸ ਫॉर्म। ਤਾਂ ਹੁਣ ਕੁਐਸਚਨ ਕੀ ਹੈ ਕਿ ਨੋ ਨਿਊ ਸਬਸਟੈਂਸਿਸ ਫॉर्म, ਤਾਂ ਫਿਜ਼ੀਕਲ ਚੇਂਜ ਦੇ ਵਿੱਚ ਕੋਈ ਨਵਾਂ ਸਬਸਟੈਂਸ ਨਹੀਂ ਬਣਦਾ। ਤਾਂ ਬੀ ਆਪਸ਼ਨ ਇਜ਼ ਦ ਰਾਈਟ ਆਂਸਰ, ਫਿਜ਼ੀਕਲ ਚੇਂਜ। then question 15, melting of ice from mountains is a। ਇਹ ਹੁਣੇ ਜੋ ਐਗਜ਼ਾਮਪਲ ਕੀਤਾ ਕਿ ਜਦੋਂ ਮਾਊਂਟੇਨਸ
ਬਰਫ਼ ਪਿਘਲਦੀ ਹੈ ਮਾਊਂਟੇਨਸ ਤੇ ਤਾਂ ਕਿਹੜੀ ਚੇਂਜ ਹੈ? ਬਰਫ਼ ਪਹਿਲਾਂ ਵੀ ਜੰਮੀ ਹੋਈ ਹੁੰਦੀ ਹੈ ਤਦ ਵੀ ਪਾਣੀ ਹੁੰਦੀ ਹੈ, ਜਦੋਂ ਉਹ ਮੈਲਟ ਹੋ ਕੇ ਨਦੀਆਂ ਦੇ ਵਿੱਚ ਆ ਜਾਂਦੀ ਹੈ ਤਦ ਵੀ ਉਹ ਪਾਣੀ ਹੁੰਦੀ ਹੈ। ਸੋ ਇਟ ਇਜ਼ ਅ ਫਿਜ਼ੀਕਲ ਚੇਂਜ। ਆਈ ਹੋਪ ਯੂ ਅੰਡਰਸਟੈਂਡ ਦਿਸ। ਸੇਮ ਐਗਜ਼ਾਮਪਲ ਹੈ ਕੁਐਸਚਨ 14 ਵਾਲਾ ਹੀ। ਸੋ ਬੀ ਇਜ਼ ਦਾ ਰਾਈਟ ਆਂਸਰ। ਪਰ ਅਸੀਂ ਅਗਲਾ ਤਾਂ ਦੇਖਿਆ ਹੀ ਨਹੀਂ, ਜਿਹੜਾ ਸੀ ਆਪਸ਼ਨ ਹੈ, ਕਿਉਂਕਿ ਅਗਰ ਅਸੀਂ ਜਲਦੀ ਜਲਦੀ ਚ ਕਰਾਂਗੇ ਤਾਂ ਕੁਝ ਬੱਚੇ ਹੋਣਗੇ ਜੋ ਫਟਾਫਟ ਫਿਜ਼ੀਕਲ ਚੇਂਜ ਦੇਖ ਕੇ ਇਸ ਨੂੰ ਟਿਕ ਕਰ ਦੇਣਗੇ। ਬਟ ਅਗਲਾ ਆਪਸ਼ਨ ਵੀ ਦੇਖੋ, ਕੈਮੀਕਲ ਤਾਂ ਨਹੀਂ ਹੈ ਸਾਨੂੰ ਪਤਾ ਲੱਗ ਗਿਆ, ਬੀ ਫਿਜ਼ੀਕਲ ਹੈ ਇਹ ਵੀ ਪਤਾ ਲੱਗ ਗਿਆ, ਪਰ ਇੱਕ ਆਪਸ਼ਨ ਹੋਰ ਹੈ ਬੱਚੇ ਸੀ। ਤਾਂ ਸੀ ਇਜ਼ ਨੈਚੁਰਲ। ਕੀ ਇਹ ਕੁਦਰਤੀ ਹੈ? ਤਾਂ ਬਰਫ਼ ਜਦੋਂ ਪਿਘਲਦੀ ਹੈ ਤਾਂ ਉਹ ਕੁਦਰਤੀ ਹੁੰਦਾ ਹੈ, ਆਪਣੇ ਆਪ ਹੀ ਮੈਲਟ ਹੁੰਦੀ ਹੈ। ਜਦੋਂ ਸਨਰਾਈਜ਼ ਹੁੰਦਾ ਹੈ ਮਾਊਂਟੇਨਸ ਦੇ ਵਿੱਚ, ਟੈਂਪਰੇਚਰ ਰਾਈਜ਼ ਹੁੰਦਾ ਹੈ, ਤਾਂ ਫਿਰ ਬਰਫ਼ ਹੌਲੀ ਹੌਲੀ ਮੈਲਟ ਹੋਣਾ ਸ਼ੁਰੂ ਕਰ ਦਿੰਦੀ ਹੈ। ਇਹਦਾ ਮਤਲਬ ਫਿਰ ਆਪਸ਼ਨ ਡੀ ਕੀ ਕਹਿ ਰਹੇ ਆ, ਬੋਥ ਬੀ ਐਂਡ ਸੀ। ਤਾਂ ਇਟ ਮੀਨਸ ਕਿ ਫਿਜ਼ੀਕਲ ਵੀ ਹੈ ਇਹ ਚੇਂਜ ਬਰਫ਼ ਦਾ ਪਿਘਲਣਾ, ਐਂਡ ਨੈਚੁਰਲ ਵੀ ਹੈ, ਕੁਦਰਤੀ ਵੀ ਹੈ। ਇਸ ਕਰਕੇ ਦੋਨੋਂ ਹੀ ਆਪਸ਼ਨਸ हैं। तो ऑप्शन डी आएगा जो कि कह रहे हैं बोथ बी एंड सी, बी और सी दोवें। सो क्वेश्चन 16, विच ऑफ द फॉलोइंग इज करेक्ट? ਇਹਨਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ? ਇਹ ਤੁਹਾਡਾ ਮੈਥਸ ਦੇ ਵਿੱਚ ਵੀ ਆ ਗਿਆ, ਤੁਸੀਂ ਸਾਰਿਆਂ ਨੇ ਕੀਤਾ ਹੋਇਆ ਕਿ ਜਿੰਨੇ ਵੀ 1000 ਮੀਟਰ ਇਜ਼ ਇਕੁਅਲ ਟੂ 1 ਕਿਲੋਮੀਟਰ ਹੈ, ਕਿ 1 ਸੈਂਟੀਮੀਟਰ ਇਜ਼ ਇਕੁਅਲ ਟੂ 10 ਮਿਲੀਮੀਟਰ ਹੈ, ਜਾਂ 1 ਮੀਟਰ ਦੇ ਵਿੱਚ 1000 ਮਿਲੀਮੀਟਰ ਹੁੰਦੇ ਆ। all of these are correct. So option D is the right answer. Then question 17, blades of a moving fan shows that type of motion। ਜਦੋਂ ਪੱਖਾ ਚੱਲਦਾ ਹੈ ਤਾਂ ਉਹਦੇ ਜਿਹੜੇ ਬਲੇਡਸ ਹੁੰਦੇ ਆ, ਖੰਭ ਹੁੰਦੇ ਆ, ਉਹ ਕਿਸ ਤਰ੍ਹਾਂ ਦੀ ਮੋਸ਼ਨ ਸ਼ੋ ਕਰਦੇ ਆ? ਸਰਕੂਲਰ, ਗੋਲ ਗੋਲ ਘੁੰਮਦੇ ਆ, ਰੈਕਟੀਲੀਨੀਅਰ, ਬਿਲਕੁਲ ਸਿੱਧੇ ਘੁੰਮਦੇ ਆ ਜਿਵੇਂ ਤੁਸੀਂ ਕਾਰ ਜਾਂ ਸਾਈਕਲ ਚਲਾਉਂਦੇ ਹੋ ਸੜਕ ਤੇ, ਜਾਂ ਟ੍ਰੇਨ ਜਾ ਰਹੀ ਹੈ ਉਸ ਤਰ੍ਹਾਂ। ਦੋਵੇਂ ਹੀ ਸੀ ਆਪਸ਼ਨ ਕਹਿ ਰਹੇ ਆ, ਬੋਥ ਏ ਐਂਡ ਬੀ। ਡੀ ਕਹਿ ਰਹੇ ਆ ਨਨ ਆਫ ਥੀਸ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਸਾਨੂੰ ਪਤਾ ਹੈ ਕਿ ਪੱਖਾ ਸਿੱਧੇ ਸਿੱਧੇ ਨਹੀਂ ਚੱਲ ਸਕਦਾ, ਤਾਂ ਰੈਕਟੀਲੀਨੀਅਰ ਮੋਸ਼ਨ ਤਾਂ ਨਹੀਂ ਹੋ ਸਕਦੀ, ਤਾਂ ਇਟ ਇਜ਼ ਸਰਕੂਲਰ ਮੋਸ਼ਨ। ਆਪਸ਼ਨ ਏ ਇਜ਼ ਦਾ ਰਾਈਟ ਆਂਸਰ। ਗੋਲ ਗੋਲ ਘੁੰਮਦਾ ਹੈ ਤਾਂ ਇਟ ਇਜ਼ ਗੋਲ ਘੁੰਮਣ ਵਾਲੀ ਜਿਹੜੀ ਹੈ ਗਤੀ, that is called the circular motion. And question 18, this is also a maths question। ਦੇਖੋ 3250 ਮੀਟਰਸ ਨੂੰ ਕਿਹਦੇ ਬਰਾਬਰ, ਕਿੰਨੇ ਕਿਲੋਮੀਟਰਸ ਹੋਣਗੇ ਇਹਦੇ ਵਿੱਚ? ਤਾਂ ਇਹ ਬੇਟਾ ਤੁਸੀਂ ਡਿਵਾਈਡ ਕਰ ਦੇਣਾ 1000 ਦੇ ਨਾਲ, ਕਿਉਂਕਿ ਅਗਰ ਦੇਖੋ ਤੁਸੀਂ 16th ਕੁਐਸਚਨ ਦੇ ਵਿੱਚ ਦੇਖੋ ਕੀ ਰਿਲੇਸ਼ਨ ਹੈ, 1 ਕਿਲੋਮੀਟਰ ਦੇ ਵਿੱਚ ਕਿੰਨੇ ਮੀਟਰਸ ਹੁੰਦੇ ਆ? 1000 ਮੀਟਰਸ ਹੁੰਦੇ ਆ। 1 ਕਿਲੋਮੀਟਰ ਆਪਸ਼ਨ ਏ ਦੇ ਵਿੱਚ ਦੇਖੋ 1 ਕਿਲੋਮੀਟਰ ਇਜ਼ ਇਕੁਅਲ ਟੂ 1000 ਮੀਟਰਸ। ਤਾਂ ਇਸ ਕਰਕੇ ਜਦੋਂ 1 ਕਿਲੋਮੀਟਰ ਵਿੱਚ 1000 ਮੀਟਰਸ ਹੁੰਦੇ ਆ, ਜਾਂ ਉਲਟ ਕਰ ਲਓ ਤੁਸੀਂ, ਤਾਂ 3250 ਮੀਟਰ ਵਿੱਚ ਕਿੰਨੇ ਕਿਲੋਮੀਟਰ ਹੋਣਗੇ? ਤਾਂ ਦਿਸ ਇਜ਼ ਡਿਵਾਈਡਡ ਬਾਈ 1000। ਇਹਨੂੰ ਕਿਸ ਤਰ੍ਹਾਂ ਕਰਨਾ ਹੈ? 3250 ਡਿਵਾਈਡਡ ਬਾਈ 1000, ਤਾਂ ਇਹ ਆਨਸਰ ਆ ਗਿਆ 3.25। ਇਹਨੂੰ ਤੁਸੀਂ ਕਾਪੀ ਤੇ ਕਰਕੇ ਦੇਖਣਾ ਨਾਲ, ਜਿਵੇਂ ਇੱਥੇ ਮੈਂ ਕੀਤਾ। ਤਾਂ ਸੀ ਆਪਸ਼ਨ ਇਜ਼ ਦ ਰਾਈਟ ਆਨਸਰ। ਦੈਨ ਕੁਐਸਚਨ 19, ਦ ਸਟੈਂਡਰਡ ਯੂਨਿਟ, SI ਯੂਨਿਟ ਜਿਹਨੂੰ ਕਹਿੰਦੇ ਆ, ਆਫ ਲੈਂਥ ਇਜ਼। ਤਾਂ ਲੈਂਥ ਦਾ ਬੱਚਿਓ ਸਟੈਂਡਰਡ ਯੂਨਿਟ ਕੀ ਹੈ? ਲੈਂਥ ਸਟੈਂਡਰਡ ਯੂਨਿਟ ਮਤਲਬ ਹੁੰਦਾ ਉਹ ਨਾਪ ਜੋ ਸਾਰੀ ਜਗ੍ਹਾ ਤੇ ਜਾਣਿਆ ਜਾਂਦਾ ਹੈ, ਮਤਲਬ ਕਿ ਜਿਸ ਨੂੰ ਸਾਰੇ ਜਾਣਦੇ ਆ। ਮੰਨ ਲਓ ਤੁਸੀਂ ਆਪਣੇ ਮਦਰ ਦੇ ਨਾਲ ਕੱਪੜੇ ਦੀ ਦੁਕਾਨ ਤੇ ਗਏ ਹੋਗੇ, ਤਾਂ ਹੁਣ ਉਹ ਕੱਪੜਾ ਜਾਂ ਸੂਟ ਲੈਣਾ ਮਦਰ ਨੇ, ਤਾਂ ਉਹ ਜਾ ਕੇ ਕੀ ਕਹਿੰਦੇ ਆ ਸ਼ੌਪਕੀਪਰ ਨੂੰ ਕਿ ਭਈਆ ਕੀ ਦੇ ਦਿਓ, 5 ਕਿਲੋਮੀਟਰ ਕੱਪੜਾ ਦੇ ਦਿਓ ਮੈਨੂੰ, ਕਿ 5 ਸੈਂਟੀਮੀਟਰ ਕੱਪੜਾ, ਕਿ 5 ਮੀਟਰ, ਜਾਂ ਇਹਨਾਂ ਵਿੱਚੋਂ ਕੋਈ ਵੀ ਯੂਜ਼ ਕਰ ਸਕਦੇ ਹੈ, ਤਾਂ ਉਹ ਸੇਮ ਹੀ ਤੁਹਾਡਾ ਆਏਗਾ। ਤਾਂ ਇਹ ਤੁਸੀਂ ਸੋਚਣਾ ਹੈ ਕਿ ਨਾਰਮਲੀ 5 ਮੀਟਰਸ ਫॉर ਇੱਕ ਸੂਟ ਵਾਸਤੇ ਲੈਂਦੇ ਆ, ਹੈ ਨਾ। ਤਾਂ ਅਸੀਂ ਇਹ ਨਹੀਂ ਕਹਿੰਦੇ ਜਾ ਕੇ ਕਿ ਕਿਲੋਮੀਟਰ ਦੇ ਦਿਓ। ਕਿਲੋਮੀਟਰ ਜਿਹੜਾ ਹੈ ਯੂਨਿਟ ਲੈਂਥ ਦਾ ਹੀ ਹੈ, ਬਟ ਡਿਸਟੈਂਸਿਸ ਵਾਸਤੇ ਹੁੰਦਾ, ਲਾਰਜਰ ਡਿਸਟੈਂਸਿਸ ਵਾਸਤੇ। ਐਂਡ ਸੈਂਟੀਮੀਟਰਸ ਤੁਸੀਂ ਸਾਰਿਆਂ ਨੇ ਆਪਣੇ ਸਕੇਲ ਤੇ ਦੇਖੇ ਹੋਏ ਆ, ਉਹ ਛੋਟੇ ਮੇਜਰਮੈਂਟਸ ਕਰਨੀਆਂ ਹੋਣ ਉਹਦੇ ਵਾਸਤੇ ਹੁੰਦਾ ਹੈ। ਕੱਪੜੇ ਵਾਸਤੇ ਲੈਂਥ ਜਿਹੜੀ ਹੁੰਦੀ ਹੈ ਦੈਟ ਇਜ਼ ਫॉर ਮੀਟਰ। ਮੀਟਰ ਰੋਡ ਬੇਟਾ ਸਾਰਿਆਂ ਨੇ ਦੇਖੀ ਹੋਏਗੀ, ਲੋਹੇ ਦੀ, ਸਟੀਲ ਦੀ ਰੋਡ ਹੁੰਦੀ ਹੈਗੀ ਹੈ ਜਿਹਦੇ ਨਾਲ ਕੱਪੜਾ ਨਾਪਦੇ ਹੈਗੇ ਆ। ਟੇਲਰਸ ਕੋਲ ਵੀ ਹੁੰਦੀ ਹੈ, ਤੇ ਜਿਹੜੇ ਸ਼ੌਪਕੀਪਰਸ ਕੱਪੜੇ ਵਾਲੇ ਹੁੰਦੇ ਆ ਉਹਨਾਂ ਕੋਲ ਵੀ ਹੁੰਦੀ ਹੈ। ਤਾਂ ਫਿਰ ਉਹ 1 ਮੀਟਰ ਰੋਡ ਹੁੰਦੀ ਹੈ, ਜੇ ਤੁਸੀਂ 5 ਮੀਟਰ ਲੈਣਾ ਤਾਂ 5 ਟਾਈਮਸ ਉਸਨੂੰ ਕਰਕੇ ਮੇਜਰ ਕਰਕੇ ਤੁਹਾਨੂੰ ਦੇ ਦਿੰਦੇ ਆ। ਤਾਂ ਸੀ ਜਿਹੜਾ ਆਪਸ਼ਨ ਹੈ ਮੀਟਰ ਇਜ਼ ਦਾ ਰਾਈਟ ਆਂਸਰ, ਮੀਨਸ ਦਾ ਸਟੈਂਡਰਡ ਯੂਨਿਟ ਆਫ ਲੈਂਥ ਇਜ਼ ਮੀਟਰ। ਇਹਦਾ ਮਤਲਬ ਇਹ ਹੋਇਆ ਕਿ ਜ਼ਿਆਦਾਤਰ ਨਾਪ ਅਸੀਂ ਮੀਟਰਸ ਦੇ ਵਿੱਚ ਲੈਂਦੇ ਆ। ਕੁਐਸਚਨ 20, the motion of the needle of sewing machine is dash motion।
ਤਾਂ ਬੱਚੇ ਜਿਹੜੀ ਸਿਲਾਈ ਮਸ਼ੀਨ ਦੀ ਜਿਹੜੀ ਸੂਈ ਹੁੰਦੀ ਹੈ ਉਹ ਤੁਸੀਂ ਕਦੀ ਦੇਖੀ ਹੈ ਕਿਸੇ ਟੇਲਰ ਕੋਲ ਜਾਂ ਘਰ ਦੇ ਵਿੱਚ ਮਦਰ ਜਦੋਂ ਸਿਲਾਈ ਮਸ਼ੀਨ ਚਲਾਉਂਦੇ ਆ ਤੁਸੀਂ ਦੇਖਿਆ ਕਿ ਉਹ ਕਿਸ ਡਾਇਰੈਕਸ਼ਨ 'ਚ ਮੂਵ ਕਰਦੀ ਹੈ ਉੱਪਰ ਨੀਚੇ ਅਪਵਰਡ ਐਂਡ ਡਾਊਨਵਰਡ ਮੂਵਮੈਂਟ ਹੈ ਨਾ ਜਦੋਂ ਉਹਦੇ 'ਚ ਸਟਿਚ ਲੱਗਦਾ ਉਹ ਨੀਚੇ ਜਾਂਦੀ ਹੈ ਦੈਨ ਇਟ ਪਿਕਸ ਅਪ ਦਾ ਥ੍ਰੈਡ ਐਂਡ ਮੂਵਸ ਅਪਵਰਡ ਦੈਨ ਫਿਰ ਅਗਲਾ ਸਟਿਚ ਲਗਾਉਣ ਵਾਸਤੇ ਉਹ ਫਿਰ ਡਾਊਨਵਰਡਸ ਜਾਂਦੀ ਹੈ ਸੋ ਇਹਨਾਂ ਆਪਸ਼ਨਸ ਦੇ ਵਿੱਚੋਂ ਦੇਖੋ ਕਿਹੜੀ ਹੈ ਏ ਇਜ਼ ਸਰਕੂਲਰ ਗੋਲ ਗੋਲ ਤਾਂ ਨਹੀਂ ਘੁੰਮਦੀ ਨੀਡਲ ਬੀ ਇਜ਼ ਰੈਕਟੀਲੀਨੀਅਰ ਜਿਵੇਂ ਟ੍ਰੇਨ ਜਾਂਦੀ ਹੈ ਸਿੱਧੇ ਉਸ ਤਰ੍ਹਾਂ ਤਾਂ ਨਹੀਂ ਜਾਂਦੀ ਨੀਡਲ ਕਿ ਨੀਡਲ ਸਿੱਧੀ ਸਿੱਧੀ ਜਾ ਕੇ ਸਿਲਾਈ ਕਰਦੀ ਹੈ ਆਪ ਉੱਥੋਂ ਨਿਕਲ ਨਿਕਲ ਕੇ ਨੋ ਸੀ ਇਜ਼ ਵਾਈਬ੍ਰੇਟਰੀ ਵਾਈਬ੍ਰੇਸ਼ਨ ਹੁੰਦੀ ਹੈ ਅੱਗੇ ਪਿੱਛੇ ਅਪਵਰਡ ਡਾਊਨਵਰਡ ਸਟਿਚ ਲੱਗਣ ਲਈ ਇਹੀ ਮੋਸ਼ਨ ਚਾਹੀਦੀ ਹੈ ਸੋ ਨੀਡਲ ਆਫ ਸਵਿੰਗ ਮਸ਼ੀਨ ਇਜ਼ ਵਾਈਬ੍ਰੇਟਰੀ ਮੋਸ਼ਨ ਹੁੰਦੀ ਹੈ ਵਾਈਬ੍ਰੇਟਰੀ ਗਤੀ ਹੈ ਸੀ So question 21 automobiles are fitted with dash to measure the distance traveled by them ਇਸ ਕੁਐਸਚਨ ਚ ਬਹੁਤ ਬੱਚੇ ਕਨਫਿਊਜ਼ਨ ਕਰ ਜਾਂਦੇ ਆ ਕਨਫਿਊਜ਼ ਹੋ ਜਾਂਦੇ ਆ ਤੁਸੀਂ ਧਿਆਨ ਨਾਲ ਦੇਖੋ ਤੁਹਾਡੇ ਐਕਟਿਵਾ ਤੇ ਕਾਰ ਦੇ ਇੱਕ ਮੀਟਰ ਲੱਗਿਆ ਹੁੰਦਾ ਬੱਚੇ ਤਾਂ ਉਸ ਮੀਟਰ ਤੇ ਇਨਫੈਕਟ 2 ਮੀਟਰਸ ਹੁੰਦੇ ਆ ਠੀਕ ਹੈ ਇੱਕ ਦੇ ਵਿੱਚ ਤੁਹਾਡੀ ਨੰਬਰਿੰਗ ਚੱਲਦੀ ਹੈ ਜਿਹਦੇ 'ਚ ਤੁਸੀਂ ਪੜ੍ਹਦੇ ਹੋ ਹੁਣ ਅੱਜ ਤੁਸੀਂ ਜਾ ਕੇ ਆਪਣਾ ਜੋ ਵੀ ਘਰ ਦੇ ਵਿੱਚ ਤੁਹਾਡਾ ਕੋਈ ਵੀ ਵਹੀਕਲ ਹੈ ਉਹਦੇ ਜਾ ਕੇ ਜ਼ਰੂਰ ਦੇਖਣਾ ਕਿ ਉਹਦੇ ਵਿੱਚ ਬਲੈਕ ਕਲਰ ਦੇ ਵਿੱਚ ਵਾਈਟ ਦੇ ਨਾਲ ਫਿਗਰਸ ਲਿਖੇ ਹੁੰਦੇ ਆ ਕਾਊਂਟਿੰਗ ਲਿਖੀ ਹੁੰਦੀ ਹੈ ਤਕਰੀਬਨ 5 ਦੇ ਡਿਜਿਟਸ ਹੁੰਦੇ ਆ ਉਹ ਤੁਹਾਡਾ ਹਰ ਜਦੋਂ ਚੱਲੇਗੀ ਤੁਹਾਡੀ ਕੋਈ ਵੀ ਵਹੀਕਲ ਤਾਂ ਉਹ ਮੂਵ ਹੁੰਦਾ ਰਹਿੰਦਾ ਚੇਂਜ ਹੁੰਦਾ ਰਹਿੰਦਾ ਤੇ ਇੱਕ ਜਿੱਥੇ ਸੂਈ ਲੱਗੀ ਹੁੰਦੀ ਹੈ ਤਾਂ ਸੂਈ ਤੇ ਜਿੱਥੇ ਲੱਗੀ ਹੋਈ ਹੈ ਉੱਥੇ ਮੈਜ਼ਰਮੈਂਟਸ ਕਿੱਦਾਂ ਦੀ ਹੁੰਦੀਆਂ 0 10 20 30 ਜੋ 40 60 80 100 20 ਇਸ ਤਰ੍ਹਾਂ ਲੱਗੀਆਂ ਹੁੰਦੀਆਂ ਉਸ ਜਿਹੜੀ ਨੀਡਲ ਹੈ ਸੂਈ ਉਹ ਅੱਗੇ ਚੱਲਦੀ ਹੈ ਤਾਂ ਬੇਟਾ ਜਿਹੜਾ ਜਿਸ ਤੇ ਕਿ ਇਹ ਸੂਈ ਲੱਗੀ ਹੋਈ ਹੈ ਦੈਟ ਇਜ਼ ਦਾ ਸਪੀਡੋਮੀਟਰ ਇਟ ਟੈਲਸ ਦਾ ਸਪੀਡ ਆਫ ਦਾ ਵਹੀਕਲ ਬਟ ਜਿਹੜਾ ਉਹ ਬਲੈਕ ਕਲਰ ਦੇ ਵਿੱਚ 5 ਡਿਜਿਟਸ ਦਾ ਹੁੰਦਾ ਨੰਬਰ ਜੋ ਕੁਝ ਚੱਲਣ ਤੇ ਤੁਹਾਡਾ ਚੇਂਜ ਹੁੰਦਾ ਰਹਿੰਦਾ ਉਹ ਤੁਹਾਡਾ ਦੱਸਦਾ ਹੈ ਡਿਸਟੈਂਸ ਕਿੰਨਾ ਡਿਸਟੈਂਸ ਮੂਵ ਕੀਤੀ ਹੈ ਗੱਡੀ ਕਿੰਨੇ ਕਿਲੋਮੀਟਰਸ ਚੱਲੀ ਹੈ ਉਹ ਕਿਲੋਮੀਟਰਸ ਦੇ ਵਿੱਚ ਹੁੰਦਾ ਤਾਂ ਇੱਥੇ ਆਟੋਮੋਬਾਈਲਸ ਆਰ ਫਿਟਡ ਵਿਦ ਡੈਸ਼ ਟੂ ਮੇਜਰ ਡਿਸਟੈਂਸ ਜਦੋਂ ਮੇਜਰ ਕਰਨਾ ਹੈ ਤਾਂ ਅਸੀਂ ਵਹੀਕਲ ਦਾ ਉਹ ਬਲੈਕ ਕਲਰ ਵਾਲਾ ਜਿਹਦੇ ਚ ਵਾਈਟ ਡਿਜਿਟਸ ਹੁੰਦੇ ਆ ਮੀਟਰ ਉਹ ਦੇਖਣਾ ਹੈ ਤਾਂ ਬੀ ਆਨਸਰ ਓਡੋਮੀਟਰ ਉਸ ਨੂੰ ਕਹਿੰਦੇ ਆ ਓਡੋਮੀਟਰ ਇਜ਼ ਦਾ ਰਾਈਟ ਆਨਸਰ ਜਦੋਂ ਬੱਚੇ ਸਪੀਡ ਚੈੱਕ ਕਰਨੀ ਹੈ ਫਿਰ ਸਪੀਡੋਮੀਟਰ ਦੇਖਣਾ ਤਾਂ ਅਗਰ ਤੁਸੀਂ ਆਪਣੀ ਬਾਈਕ ਦੇ ਵਿੱਚ ਵੀ ਦੇਖੋਗੇ ਦੋ ਗੋਲੇ ਬਣੇ ਹੋਣਗੇ ਉਹਨਾਂ ਦੇ ਵਿੱਚ ਇੱਕ ਦੇ ਵਿੱਚ ਉਹ ਸੂਈ ਅੱਗੇ ਚੱਲੇਗੀ ਤੇ ਦੂਸਰੇ ਦੇ ਵਿੱਚ ਕੁਝ ਨੰਬਰਸ ਹੋਣਗੇ ਉਹ ਮੂਵ ਕਰਨਗੇ ਠੀਕ ਹੈ ਤਾਂ ਜਿਹਦੇ ਚ ਨੰਬਰਸ ਹੁੰਦੇ ਆ ਉਹ ਓਡੋਮੀਟਰ ਹੈ ਜਿਹਦੇ ਚ ਸੂਈ ਅੱਗੇ ਮੂਵ ਕਰਦੀ ਹੈ ਉਹ ਸਪੀਡੋਮੀਟਰ ਹੈ ਤਾਂ ਇਹਦਾ ਆਪਸ਼ਨ ਜਿਹੜਾ ਹੈ ਆਨਸਰ ਬੀ is the right answer odometer is used for this measurement of the distance then question 22 electric current cannot pass through ਇਲੈਕਟ੍ਰਿਕ ਕਰੰਟ ਜਿਹੜਾ ਹੈ ਉਹ ਇਹਨਾਂ ਵਿੱਚੋਂ ਕਿਹਦੇ ਵਿੱਚੋਂ ਪਾਸ ਨਹੀਂ ਹੋ ਸਕਦਾ ਤਾਂ ਇਸ ਤੋਂ ਪਹਿਲਾਂ ਅਸੀਂ ਦੋ ਚੀਜ਼ਾਂ ਪੜ੍ਹੀਆਂ ਹੈ ਕੰਡਕਟਰਸ ਐਂਡ ਇਨਸੂਲੇਟਰਸ ਬਾਰੇ ਕੰਡਕਟਰਸ ਉਹ ਹੁੰਦੇ ਆ ਜੋ ਆਪਣੇ ਆਪ ਵਿੱਚੋਂ ਕਰੰਟ ਪਾਸ ਹੋਣ ਦਿੰਦੇ ਆ which allow the current to pass through them and insulators ਉਹ ਹੁੰਦੇ ਆ which don't allow the current to pass through them ਉਹ ਆਪਣੇ ਆਪ ਵਿੱਚੋਂ ਕਰੰਟ ਫਲੋ ਨਹੀਂ ਹੋਣ ਦਿੰਦੇ ਉਹਨਾਂ ਨੂੰ ਇਨਸੂਲੇਟਰਸ ਕਹਿੰਦੇ ਆ ਹੁਣ ਇਲੈਕਟ੍ਰਿਕ ਕਰੰਟ ਜਿਹੜੇ ਪਾਸ ਹੋਣ ਨਹੀਂ ਦਿੰਦੇ ਉਹ ਕਿਹੜੇ ਹੈ ਇਹਨਾਂ ਵਿੱਚੋਂ ਵੁੱਡ ਲੱਕੜੀ ਹੈ ਜਿਹਦੇ ਚੋਂ ਕਰੰਟ ਪਾਸ ਨਹੀਂ ਹੁੰਦਾ ਬੀ ਆਇਰਨ ਲੋਹਾ ਹੈ ਸੀ ਪਲਾਸਟਿਕ ਹੈ ਡੀ ਬੋਥ ਏ ਐਂਡ ਸੀ ਲੱਕੜੀ ਵੀ ਹੈ ਤੇ ਪਲਾਸਟਿਕ ਵੀ ਹੈ ਤੇ ਇਹ ਤੁਸੀਂ ਦੇਖੋ ਕਿ ਲੋਹਾ ਮੈਟਲ ਹੈ ਔਰ ਮੈਟਲ ਦੇ ਆਰ ਵੈਰੀ ਗੁੱਡ ਕੰਡਕਟਰਸ ਆਫ ਇਲੈਕਟ੍ਰਿਸਿਟੀ ਮੈਟਲ ਦੀਆਂ ਦੇਖੋ ਤੁਸੀਂ ਤਾਰਾਂ ਬਣੀਆਂ ਹੋਈਆਂ ਕਾਪਰ ਵਾਇਰਸ ਆ ਤੁਹਾਡੇ ਘਰ 'ਚ ਲੱਗੀਆਂ ਹੋਈਆਂ ਜੋ ਵੀ ਵਾਇਰ ਹੈ ਉਹ ਕਾਪਰ ਜਿਹੜੀ ਹੈ ਬਹੁਤ ਅੱਛਾ ਕੰਡਕਟ ਕਰਦੀ ਹੈ ਇਲੈਕਟ੍ਰਿਸਿਟੀ ਤਾਂ ਇਸ ਕਰਕੇ ਜਿੰਨੀਆਂ ਤਾਰਾਂ ਹੁੰਦੀਆਂ ਜ਼ਿਆਦਾਤਰ ਕਾਪਰ ਦੀਆਂ ਤੇ ਬਾਕੀ ਮੈਟਲਸ ਦੀਆਂ ਬਣਾਈਆਂ ਜਾਂਦੀਆਂ ਸਿਲਵਰ ਦੇ ਵਿੱਚੋਂ ਸਭ ਤੋਂ ਅੱਛੀ ਇਲੈਕਟ੍ਰਿਸਿਟੀ ਪਾਸ ਹੁੰਦੀ ਹੈ ਪਰ ਸਾਡੇ ਘਰਾਂ ਦੇ ਵਿੱਚ ਕਾਪਰ ਲੱਗਿਆ ਹੋਇਆ ਤਾਂ ਆਇਰਨ ਤਾਂ ਨਹੀਂ ਹੋ ਸਕਦਾ ਵੁੱਡ ਐਂਡ ਪਲਾਸਟਿਕ ਇਹ ਇਨਸੂਲੇਟਰਸ ਆ ਕਿਤੇ ਕਰੰਟ ਲੱਗ ਜਾਏ ਅਗਰ ਕੋਈ ਵਾਇਰ ਇਸ ਤਰ੍ਹਾਂ ਦੀ ਹੈਗੀ ਹੈ ਤਾਂ ਕਦੀ ਹੱਥ ਦੇ ਨਾਲ ਉਸਨੂੰ ਜਾਂ ਲੋਹੇ ਦੀ ਰੋਡ ਦੇ ਨਾਲ ਕਦੀ ਵੀ ਨਹੀਂ ਉਹਨੂੰ ਹਟਾਉਣਾ ਚਾਹੀਦਾ ਕੀ ਚੀਜ਼ ਯੂਜ਼ ਕਰਨੀ ਚਾਹੀਦੀ ਹੈ ਵੁੱਡ ਲੱਕੜੀ ਦਾ ਡੰਡਾ ਅਗਰ ਲੈ ਕੇ ਆਓਗੇ ਤੁਸੀਂ ਤਾਂ ਉਸ ਨੂੰ ਅਗਰ ਕਿਤੇ ਵਾਇਰ ਵੀ ਅਗਰ ਲੱਗ ਗਈ ਹੋਈ ਹੈ ਕੋਈ ਸ਼ਾਰਟ ਸਰਕਟ ਹੋ ਗਿਆ ਕੋਈ ਕਰੰਟ ਹੈ ਤਾਂ ਉਸ ਲੱਕੜੀ ਦੇ ਡੰਡੇ ਦੇ ਨਾਲ ਤੁਸੀਂ ਉਸ ਵਾਇਰ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਲੋਹੇ ਦੀ ਰੋਡ ਨਾਲ ਨਹੀਂ ਕਰਨਾ ਕਿਉਂਕਿ ਇਟ ਇਜ਼ ਮੇਡ ਅਪ ਆਫ ਮੈਟਲ और मेटल आर वेरी गुड कंडक्टर्स और करंट जल्दी ही पास हो जाएगा पर वुड ਜਿਹੜਾ ਹੈ और प्लास्टिक है ਇਹ ਇਨਸੂਲੇਟਰਸ ਹੈ ਆਪਣੇ ਆਪ ਨੂੰ ਕਰੰਟ ਨੂੰ ਆਪਣੇ ਆਪ ਵਿੱਚੋਂ ਪਾਸ ਨਹੀਂ ਹੋਣ ਦਿੰਦੇ ਸੋ ਆਪਸ਼ਨ ਡੀ
Both A and C is the right answer. Then question 23. A simple device used to break or join the electric circuit is called. ਸਿੰਪਲ ਜੀ ਡਿਵਾਈਸ ਹੈ ਜਿਹਦੇ ਨਾਲ ਕਿ ਤੁਸੀਂ ਔਨ ਹੋਰ ਆਫ ਕਰ ਸਕਦੇ ਹੋ ਕਰੰਟ ਨੂੰ। ਤੁਹਾਡੇ ਸਭ ਦੇ ਘਰਾਂ ਦੇ ਵਿੱਚ ਲੱਗਿਆ ਹੋਇਆ ਹੈ। ਤੁਹਾਡੇ ਰੂਮ ਵਿੱਚ ਜਿੱਥੇ ਤੁਸੀਂ ਬੈਠੇ ਹੋ ਉੱਥੇ ਤੁਸੀਂ ਸਾਹਮਣੇ ਦੇਖੋ ਸਵਿਚਸ ਲੱਗੇ ਹੋਏ ਆ ਬੱਚੇ। ਜਦੋਂ ਤੁਸੀਂ ਲਾਈਟ ਔਨ ਕਰਨੀ ਹੁੰਦੀ ਹੈ ਤਾਂ ਉਹਨੂੰ ਔਨ ਕਰਦੇ ਹੋ ਤਾਂ ਐਕਚੁਅਲੀ ਤੁਸੀਂ ਸਰਕਿਟ ਜੋੜ ਦਿੰਦੇ ਹੋ ਤਾਂ ਉਹ ਚੀਜ਼ ਪੱਖਾ, ਲਾਈਟ, ਟੀਵੀ, ਏਸੀ, ਜੋ ਵੀ ਹੈ ਮਸ਼ੀਨ, ਵਾਸ਼ਿੰਗ ਮਸ਼ੀਨ ਸਭ ਚੱਲ ਪੈਂਦੀਆਂ। ਜਦੋਂ ਤੁਸੀਂ ਉਸਨੂੰ ਆਫ ਕਰਦੇ ਹੋ ਤਾਂ ਉਹ ਸਰਕਿਟ ਬ੍ਰੇਕ ਹੋ ਜਾਂਦਾ ਹੈ। ਸਰਕਿਟ ਪੂਰਾ ਨਾ ਹੋਣ ਕਰਕੇ ਕਰੰਟ ਉਹਦੇ ਚੋਂ ਫਰਦਰ ਪਾਸ ਨਹੀਂ ਹੋ ਸਕਦਾ। ਤਾਂ ਐਸੀ ਡਿਵਾਈਸ ਜੋ ਸਰਕਿਟ ਬ੍ਰੇਕ ਕਰਦੀ ਹੈ, ਇਲੈਕਟ੍ਰਿਕ ਕਰੰਟ ਦੇ ਫਲੋ ਨੂੰ ਬ੍ਰੇਕ ਕਰਦੀ ਹੈ, ਦੈਟ ਇਜ਼ ਅ ਸਵਿਚ। ਆਪਸ਼ਨ ਸੀ ਇਜ਼ ਦ ਰਾਈਟ ਆਂਸਰ। Question 24. Which of the following statements is correct? Option A, those substances which allow electric current to pass through them are called conductors. ਜਿਹੜੇ ਆਪਣੇ ਆਪ ਦੇ ਵਿੱਚੋਂ ਕਰੰਟ ਫਲੋ ਹੋਣ ਦਿੰਦੇ ਆ ਉਹਨਾਂ ਨੂੰ ਕੰਡਕਟਰਸ ਕਹਿੰਦੇ ਆ। ਯੈਸ, ਠੀਕ ਹੈ। B option, those substances which do not allow electric current to pass through them are called insulators. ਪਿਛਲੇ ਕੁਐਸਚਨ ਅਸੀਂ ਕੀਤਾ ਕਿ ਜਿਹੜੇ ਇਲੈਕਟ੍ਰਿਕ ਕਰੰਟ ਨਹੀਂ ਪਾਸ ਹੋਣ ਅਲਾਉ ਕਰਦੇ ਆਪਣੇ ਆਪ ਵਿੱਚੋਂ ਉਹਨਾਂ ਨੂੰ ਇਨਸੂਲੇਟਰਸ ਕਹਿੰਦੇ ਆ। ਵੁੱਡ, ਪਲਾਸਟਿਕ, ਰਬੜ ਐਕਸੈਟਰਾ। ਇਹ ਵੀ ਠੀਕ ਕਹਿ ਰਹੇ ਆ। ਦੈਨ ਆਪਸ਼ਨ ਸੀ, ਐਨ ਇਲੈਕਟ੍ਰਿਕ ਸੈੱਲ ਹੈਜ਼ 4 ਟਰਮੀਨਲਸ। ਇਲੈਕਟ੍ਰਿਕ ਸੈੱਲ ਦੇ 4 ਟਰਮੀਨਲਸ ਨਹੀਂ ਹੁੰਦੇ। ਆਪਾਂ ਕੀਤਾ ਹੋਇਆ ਕੋਈ ਵੀ ਸੈੱਲ ਤੁਸੀਂ ਲੈਂਦੇ ਹੋ ਤੁਸੀਂ ਦੇਖਿਆ ਇੱਕ ਪਾਸੇ ਉਹਦੇ ਉਭਰਿਆ ਹੋਇਆ ਹੁੰਦਾ ਪਿਕਚਰ 'ਚ ਤੁਸੀਂ ਦੇਖੋ ਇੱਕ ਉਹ ਪੋਜ਼ਿਟਿਵ ਟਰਮੀਨਲ ਹੁੰਦਾ ਔਰ ਜਿਹੜਾ ਦੂਸਰਾ ਪਾਸਾ ਹੈ ਉਹ ਨੈਗੇਟਿਵ ਟਰਮੀਨਲ ਆ। ਪੈਨਸਿਲ ਸੈਲਸ ਯੂਜ਼ ਕੀਤੇ ਆ ਨਾ ਟੋਇਜ਼ ਦੇ ਵਿੱਚ, ਰਿਮੋਟ ਵਿੱਚ, ਤੇ ਤੁਹਾਡੇ ਟੀਵੀ ਵਾਲੇ ਰਿਮੋਟ ਦੇ ਵਿੱਚ ਵੀ ਜਿਹੜੇ ਪਏ ਹੋਏ ਆ ਉਹ ਤੁਸੀਂ ਹੁਣੇ ਦੇਖ ਸਕਦੇ ਹੋ ਕਿਹੜੇ ਸੈਲਸ ਪਏ ਹੋਏ ਆ। ਤੁਹਾਡਾ ਕੋਈ ਬੈਟਰੀ ਓਪਰੇਟਿਡ ਕੋਈ ਵੀ ਟੋਏ ਹੈ ਉਹਦੇ 'ਚ ਦੇਖੋ ਤੁਸੀਂ ਤਾਂ ਬੇਟਾ 2 ਹੀ ਟਰਮੀਨਲਸ ਹੁੰਦੇ ਆ, 2 ਹੀ ਪਾਸੇ ਹੁੰਦੇ ਆ। ਇੱਕ ਥੋੜਾ ਉਭਰਿਆ ਹੋਇਆ ਹੁੰਦਾ ਉਹ ਪੋਜ਼ਿਟਿਵ ਟਰਮੀਨਲ ਹੁੰਦਾ ਜਿਹਦੇ ਵਿੱਚ ਥੋੜਾ ਜਿਹਾ ਡੈਂਟ ਜਿਹਾ ਪਿਆ ਹੁੰਦਾ ਦੈਟ ਇਜ਼ ਦ ਨੈਗੇਟਿਵ ਟਰਮੀਨਲ। ਸੋ ਐਨ ਇਲੈਕਟ੍ਰਿਕ ਸੈਲ ਹੈਜ਼ 2 ਟਰਮੀਨਲਸ। ਤਾਂ ਇਹ ਸੀ ਆਪਸ਼ਨ ਤਾਂ ਗਲਤ ਹੈ ਪਰ ਡੀ ਆਪਸ਼ਨ ਵੀ ਦੇਖ ਲਓ both A and B ਤਾਂ both A and B ਸਾਨੂੰ ਪਤਾ A ਵੀ correct ਸੀ B ਵੀ correct ਸੀ। ਸੋ D option ਜਿਹੜੀ ਹੈ both A and B is the right answer for this question. Then moving on to question 25. Ram has following substances. Ram ਕੋਲੇ ਹੇਠਾਂ ਦਿੱਤੀਆਂ ਹੋਈਆਂ substances ਹੈ ਕੁਝ ਚੀਜ਼ਾਂ ਪਈਆਂ। He wants to identify conductors and insulators from these substances. ਉਸਨੇ ਇਹਨਾਂ ਨੂੰ ਛਾਂਟ ਕੇ ਉਹਦੇ ਮੈਡਮ ਨੇ ਕੋਈ ਟੀਚਰ ਨੇ ਇਹ ਦੱਸੀ ਐਕਟੀਵਿਟੀ ਦਿੱਤੀ ਹੈ ਕਿ ਇਹ ਤੁਹਾਡੇ ਕੋਲ ਜਿਹੜੇ ਚੀਜ਼ਾਂ ਇੰਨੀਆਂ ਪਈਆਂ ਆ ਪੀਸ ਆਫ ਵੁੱਡ, ਪਲਾਸਟਿਕ, ਕੋਲ, ਐਲੂਮੀਨੀਅਮ, ਆਇਰਨ ਨੇਲ, ਪੈਨਸਿਲ ਲੈਡ, ਕਾਪਰ, ਰਬਰ ਬੈਂਡ, ਇਹ ਸਾਰੀਆਂ ਚੀਜ਼ਾਂ ਇਕੱਠੀਆਂ ਪਈਆਂ ਹੋਈਆਂ। ਤਾਂ ਉਹਦੇ ਟੀਚਰ ਨੇ ਕੀ ਕਿਹਾ ਕਿ ਇਹਨਾਂ ਨੂੰ ਸੈਪਰੇਟ ਗਰੁੱਪ ਵਾਈਜ਼ ਕੈਟਾਗਰਾਈਜ਼ ਕਰ ਦਿਓ। ਕੰਡਕਟਰਸ ਇੱਕ ਪਾਸੇ ਰੱਖ ਦਿਓ ਇਹਦੇ 'ਚੋਂ ਛਾਂਟ ਕੇ ਤੇ ਇਨਸੂਲੇਟਰਸ ਇੱਕ ਪਾਸੇ ਰੱਖ ਦਿਓ। ਤਾਂ ਹੁਣ ਅ ਪੀਸ ਆਫ ਵੁੱਡ ਯਾਨੀ ਲੱਕੜੀ ਦਾ ਟੁਕੜਾ, ਪਲਾਸਟਿਕ ਟੋਇਜ਼ ਤੁਸੀਂ ਦੇਖਿਆ ਬਾਥਰੂਮ ਦੇ ਵਿੱਚ ਮੱਗ, ਬਕੇਟ, ਬਾਲਟੀ ਵਗੈਰਾ ਸਭ ਪਲਾਸਟਿਕ ਦੀ ਹੁੰਦੀ ਹੈ। ਟੂਥਬ੍ਰਸ਼ ਤੁਸੀਂ ਦੇਖ ਰਹੇ ਹੋ। ਕੋਲ, ਕੋਲਾ, ਐਲੂਮੀਨੀਅਮ ਇੱਕ ਮੈਟਲ ਹੈ। ਆਇਰਨ ਨੇਲ ਕਿੱਲ ਹੈ ਲੋਹੇ ਦੀ। ਪੈਨਸਿਲ ਲੈਡ ਸਿੱਕਾ ਜਿਹੜਾ ਤੁਹਾਡਾ ਪੈਨਸਿਲ ਦਾ ਹੁੰਦਾ ਜਿਹਦੇ ਨਾਲ ਤੁਸੀਂ ਲਿਖਦੇ ਹੋ ਬਲੈਕ ਕਲਰ। ਕਾਪਰ ਵੀ ਜਿਹਦੀ ਵਾਇਰਸ ਤੁਸੀਂ ਦੇਖੀਆਂ ਤਾਰਾਂ ਦੇ ਵਿੱਚ ਹੁੰਦਾ ਹੈ ਮੈਟਲ ਹੈ। ਤੇ ਰਬਰ ਬੈਂਡ, ਇਹ ਰਬਰ ਬੈਂਡ ਗਰਲਸ ਜ਼ਿਆਦਾ ਯੂਜ਼ ਕਰਦੇ ਆ ਸਿਰ ਤੇ ਪਾਉਣ ਨੂੰ, ਪੋਨੀਸ ਤੇ ਪਾਉਣ ਨੂੰ, ਤਾਂ ਰਬਰ ਬੈਂਡ ਹੈ ਨਾ। ਤਾਂ ਹੁਣ ਆਪਸ਼ਨ ਦੇਖ ਲਈਏ ਕਿ ਉਹਨੇ ਕੰਡਕਟਰਸ ਇਨਸੂਲੇਟਰਸ ਦੇ ਵਿੱਚ ਕੀ ਕੀਤਾ। Option A, conductors, aluminium, iron nail, rubber band, pencil lead. Insulators, a piece of wood, plastic, coal, copper. Insulators देखो copper तो metal है, insulator ਵਿੱਚ ਨਹੀਂ ਆਣੀ। ਠੀਕ ਹੈ, ਇੱਥੋਂ ਸਾਨੂੰ ਪਤਾ ਲੱਗ ਗਿਆ ਵੀ option A ਗਲਤ ਹੈ, it is wrong। ਠੀਕ ਹੈ, ਤੇ ਇਹ ਅਸੀਂ ਆਪਣੇ ਮਨ 'ਚ ਇਹਨੂੰ wrong ਕਰਤਾ ਵੀ ਇਹ option ਤਾਂ ਆਨਸਰ ਨਹੀਂ ਹੋ ਸਕਦਾ। B option, ਕੰਡਕਟਰਸ ਵਿੱਚ ਆ ਗਈ ਪੈਨਸਿਲ ਲੈਡ, ਕਾਪਰ, ਰਬਰ ਬੈਂਡ, ਐਲੂਮੀਨੀਅਮ। ਰਬਰ ਬੈਂਡ ਤਾਂ ਹੈ ਨਹੀਂ ਕੰਡਕਟਰ, ਤਾਂ ਇੱਥੋਂ ਸਾਨੂੰ ਪਤਾ ਲੱਗ ਗਿਆ ਕਿ ਰਬਰ ਬੈਂਡ ਤਾਂ ਕੰਡਕਟ ਹੈ ਹੀ ਨਹੀਂ, ਉਹ ਤਾਂ ਇਲੈਕਟ੍ਰਿਸਿਟੀ ਕਰੰਟ ਕੰਡਕਟ ਹੀ ਨਹੀਂ ਕਰਦੀ, ਆਪਣੇ ਵਿੱਚੋਂ ਇਲੈਕਟ੍ਰਿਸਿਟੀ ਪਾਸ ਹੀ ਨਹੀਂ ਹੋਣ ਦਿੰਦੀ। ਇਹਦਾ ਮਤਲਬ ਬੀ ਆਪਸ਼ਨ ਇੱਥੇ ਹੀ ਰੋਂਗ ਹੋ ਗਈ ਹੈ ਨਾ। ਫਿਰ ਆਪਸ਼ਨ ਸੀ ਕੰਡਕਟਰਸ ਦੇ ਵਿੱਚ ਕੈਟਾਗਰਾਈਜ਼ ਕਰਤਾ ਪੈਨਸਿਲ, ਲੈਡ, ਕਾਪਰ, ਐਲੂਮੀਨੀਅਮ, ਆਇਰਨ ਨੇਲ। ਬਿਲਕੁਲ ਠੀਕ ਹੈ, ਇਹ ਤਾਂ ਸਾਰੀਆਂ ਮੈਟਲਸ ਹੀ ਆ। ਤੇ ਪੈਨਸਿਲ ਲੈਡ ਜਿਹੜਾ ਬਣਿਆ ਹੁੰਦਾ ਉਹ ਇੱਕ ਨੋਨ ਮੈਟਲ ਹੈ ਗ੍ਰੇਫਾਈਟ ਦਾ, ਪਰ ਉਹ ਆਪਣੇ ਆਪ ਦੇ ਵਿੱਚ ਅਲਾਉ ਕਰ ਦਿੰਦਾ ਹੈ ਕਰੰਟ। ਇਟ ਇਜ਼ ਐਨ ਐਕਸੈਪਸ਼ਨ, ਗ੍ਰੇਫਾਈਟ ਇਜ਼ ਐਨ ਐਕਸੈਪਸ਼ਨ ਹੈ ਨਾ। ਇਨਸੂਲੇਟਰਸ ਜਿਹੜੇ ਹੈ ਪੀਸ ਆਫ ਵੁੱਡ, ਲੱਕੜੀ ਵਿੱਚੋਂ ਵੀ ਨਹੀਂ ਕਰੰਟ ਪਾਸ ਹੁੰਦਾ, ਪਲਾਸਟਿਕ ਵਿੱਚੋਂ ਵੀ ਨਹੀਂ, ਕੋਲ, ਰਬਰ ਬੈਂਡ ਕਿਸੇ ਵਿੱਚੋਂ ਨਹੀਂ ਹੁੰਦਾ। ਇਹ ਆਪਸ਼ਨ ਠੀਕ ਲੱਗਦੀ ਹੈ ਪਰ ਅਸੀਂ ਡੀ ਆਪਸ਼ਨ ਵੀ ਦੇਖਣੀ ਹੈ, ਹੋ ਸਕਦਾ ਉਹ ਨਾ ਠੀਕ ਹੋਵੇ ਸਾਰੀ। ਤਾਂ ਚੈੱਕ ਕਰ ਲਈਏ। ਕੰਡਕਟਰਸ, ਪੈਨਸਿਲ ਲੈਡ, ਕਾਪਰ, ਐਲੂਮੀਨੀਅਮ,
ਪਲਾਸਟਿਕ। ਕਿਹੜੀ ਚੀਜ਼ ਹੈ ਜਿਹੜੀ ਅਸੀਂ ਕਿਹਾ ਸੀ ਕਿ ਕੰਡਕਟ ਨਹੀਂ ਹੋਣ ਦਿੰਦੀ? ਯੈਸ, ਪਲਾਸਟਿਕ। ਪਲਾਸਟਿਕ ਜੋ ਹੈ ਆਪਣੇ ਆਪ ਵਿੱਚੋਂ ਇਲੈਕਟ੍ਰਿਸਿਟੀ ਕਰੰਟ ਨੂੰ ਪਾਸ ਹੋਣ ਨਹੀਂ ਦਿੰਦੀ, ਪਰ ਇੱਥੇ ਤਾਂ ਇਹਨਾਂ ਨੇ ਕੰਡਕਟਰ ਵਿੱਚ ਲਿਖਿਆ, ਇਸ ਕਰਕੇ ਡੀ ਆਪਸ਼ਨ ਤਾਂ ਹੋ ਗਈ ਗਲਤ, ਰੋਂਗ ਹੋ ਗਈ। तो फिर सही केड़ी बची? सी। सी option is the correct one. C is the right answer. Question 26. Ram observed that when the electrician was doing repair work in his home, the handles of his pliers and screwdrivers were covered with plastic or rubber. What is its reason? ਤਾਂ ਰਾਮ ਨੇ ਕੀ ਦੇਖਿਆ ਕਿ ਬਿਜਲੀ ਦਾ ਘਰ 'ਚ ਕੁਛ ਪੱਖਾ ਲਾਈਟ ਖਰਾਬ ਹੋ ਗਿਆ ਤਾਂ ਅਸੀਂ ਕਿਹਨੂੰ ਕਾਲ ਕਰਦੇ ਹਾਂ? ਇਲੈਕਟ੍ਰੀਸ਼ੀਅਨ ਨੂੰ ਆਉਂਦੇ ਆ। ਤਾਂ ਇਲੈਕਟ੍ਰੀਸ਼ੀਅਨ ਜਦੋਂ ਕੰਮ ਕਰ ਰਹੇ ਸੀ, ਰਿਪੇਅਰ ਕਰ ਰਹੇ ਸੀ ਕੰਮ, ਤਾਂ ਰਾਮ ਨੇ ਦੇਖਿਆ ਕਿ ਉਹਨਾਂ ਦੇ ਜਿਹੜੇ ਟੂਲਸ ਸੀਗੇ, ਸਕਰੂ ਡਰਾਈਵਰ ਜਾਂ ਉਹਦੇ ਹੈਂਡਲ ਜਿਹੜਾ ਸੀ, ਪਲਾਇਰਸ ਦਾ, ਨੋਸ ਪਲਾਇਰ ਹੁੰਦਾ ਹੈ, ਪਲਾਸ ਹੁੰਦਾ, ਉਹ ਸਾਰੇ ਹੈ ਤਾਂ ਮੈਟਲ ਦੇ ਸੀ, ਪਰ ਉਹਦੇ ਜਿਹੜੇ ਹੈਂਡਲ ਸੀਗੇ ਉਹ ਪਲਾਸਟਿਕ ਜਾਂ ਰਬੜ ਦੇ ਬਣੇ ਹੋਏ ਸੀ। ਇਸ ਪਿੱਛੇ ਕੀ ਕਾਰਨ ਹੋ ਸਕਦਾ? ਸੋ ਹੁਣੇ ਅਸੀਂ ਜਸਟ ਵੀ ਹੈਵ ਰੈਡ ਕਿ ਪਲਾਸਟਿਕ ਤੇ ਰਬੜ ਦੋਨੋਂ ਹੀ ਇਨਸੂਲੇਟਰਸ ਹੈ ਜੋ ਆਪਣੇ ਆਪ ਵਿੱਚੋਂ ਕਰੰਟ ਪਾਸ ਹੋਣ ਨਹੀਂ ਦਿੰਦਾ। ਤਾਂ ਅਗਰ ਉਹ ਇਲੈਕਟ੍ਰੀਸ਼ੀਅਨ ਮੈਟਲ ਦੀ ਚੀਜ਼ਾਂ ਨਾਲ ਹੀ ਰਿਪੇਅਰ ਸ਼ੁਰੂ ਕਰ ਦੇਣਗੇ ਤਾਂ ਜਿਹੜਾ ਕਰੰਟ ਹੈ ਉਹ ਤਾਂ ਹੱਥ ਵਿੱਚ ਪਾਸ ਹੋ ਜਾਏਗਾ। ਤਾਂ ਉਸ ਕਰਕੇ ਉਸ ਹੈਂਡਲ ਤੇ ਪਲਾਸਟਿਕ ਜਾਂ ਰਬੜ ਚੜਾਈ ਹੁੰਦੀ ਹੈ ਤਾਂ ਕਿ ਕਰੰਟ ਉੱਥੇ ਤੱਕ ਆ ਕੇ ਰੁਕ ਜਾਏ ਔਰ ਅੱਗੇ ਹੱਥ ਵਿੱਚ ਨਾ ਪਾਸ ਹੋ ਸਕੇ। ਤਾਂ ਇਹਦੇ ਵਿੱਚ ਆਪਸ਼ਨ ਕਿਹੜੀ ਆਪਸ਼ਨ ਰਾਈਟ ਹੈ? ਬੀ ਆਪਸ਼ਨ, ਬਿਕੋਜ਼ plastic or rubber are insulators of electricity. Conductors nahi hai, insulators are. So B option is the right answer. Then question 27. Geeta told her friend that there is an instrument with the help of which we can find the directions. What is the name of that instrument? ਗੀਤਾ ਨੇ ਆਪਣੇ ਫਰੈਂਡ ਨੂੰ ਦੱਸਿਆ ਕਿ ਇੱਕ ਐਸਾ ਇਨਸਟਰੂਮੈਂਟ ਹੁੰਦਾ ਹੈ ਜਿਹਦੇ ਨਾਲ ਕਿ ਅਸੀਂ ਡਾਇਰੈਕਸ਼ਨ, ਦਿਸ਼ਾਵਾਂ ਦਾ ਗਿਆਨ, ਦਿਸ਼ਾਵਾਂ ਪਤਾ ਲੱਗ ਸਕਦੀਆਂ। ਤਾਂ ਦਿਸ਼ਾ ਜਿਹੜੀ ਹੈ ਈਸਟ, ਵੈਸਟ, ਨਾਰਥ, ਸਾਊਥ, ਇਹ ਜਿਹੜੀਆਂ 4 ਡਾਇਰੈਕਸ਼ਨਸ ਹੈ ਇਹ ਕਿਹਦੇ ਨਾਲ ਪਤਾ ਲੱਗਦੀਆਂ? ਮੈਗਨੈਟਿਕ ਕੰਪਾਸ। ਇਹ ਆਪਸ਼ਨ ਇਜ਼ ਦ ਰਾਈਟ ਆਂਸਰ। ਪਿਕਚਰ 'ਚ ਤੁਸੀਂ ਦੇਖੋ, ਇਸ ਦੀ ਇਮੇਜ ਦੇਖੋ, ਦਿਸ ਇਜ਼ ਅ ਮੈਗਨੈਟਿਕ ਕੰਪਾਸ। ਮੇਨ ਡਾਇਰੈਕਸ਼ਨਸ 4 ਹੁੰਦੀਆਂ ਤੇ ਉਹਦੇ ਵਿੱਚ ਵੀ ਅੱਗੇ 4 ਅਸੀਂ ਪਤਾ ਕਰ ਸਕਦੇ ਹਾਂ, ਜਿਵੇਂ ਨਾਰਥ ਈਸਟ, ਸਾਊਥ ਈਸਟ, ਨਾਰਥ ਵੈਸਟ, ਸਾਊਥ ਵੈਸਟ, ਇਸ ਸਾਰੀਆਂ। ਦੈਨ ਕੁਐਸਚਨ 28. The force that acts between two magnets is, ਚੁੰਬਕਾਂ ਦੇ ਵਿਚਕਾਰ ਜਿਹੜੀ ਫੋਰਸ ਲੱਗਦੀ ਹੈ, ਬਲ ਲੱਗਦਾ, ਉਹ ਕਿਹੜਾ ਹੁੰਦਾ? ਕੰਟੈਕਟ ਫੋਰਸ। ਬੱਚੇ ਕੰਟੈਕਟ ਉਦੋਂ ਹੁੰਦੀ ਹੈ ਜਦੋਂ ਅਸੀਂ ਦੋ ਸਰਫੇਸਿਸ ਕੰਟੈਕਟ ਵਿੱਚ ਆ ਜਾਣ। ਜਿਵੇਂ ਹੁਣ ਬਾਲ ਹੈ, ਠੀਕ ਹੈ, ਬੋਲਿੰਗ ਕੋਈ ਕਰ ਰਿਹਾ ਹੈ ਤੇ ਬੈਟਿੰਗ ਤੋਂ ਬਾਅਦ ਜਦੋਂ ਬਾਲ ਰਿੜਦੀ ਹੋਈ ਜਾ ਰਹੀ ਹੈ ਗਰਾਊਂਡ ਦੇ ਵਿੱਚ, ਤਾਂ ਬਾਲ ਦਾ ਸਰਫੇਸ ਜਿਹੜਾ ਹੈ ਉਹ ਕੰਟੈਕਟ ਵਿੱਚ ਹੈ ਗਰਾਊਂਡ ਦੇ ਸਰਫੇਸ ਨਾਲ, ਤਾਂ ਉਹ ਕੰਟੈਕਟ ਫੋਰਸ ਹੋ ਗਈ। ਨੌਨ ਕੰਟੈਕਟ ਫੋਰਸਿਸ ਕੀ ਹੁੰਦੀਆਂ ਕਿ ਉਹਨਾਂ ਦਾ ਕੰਟੈਕਟ ਨਹੀਂ ਹੁੰਦਾ, ਥੋੜਾ ਦੂਰ ਤੋਂ ਹੁੰਦੀ ਹੈ, ਜਿਵੇਂ ਗ੍ਰੈਵਿਟੇਸ਼ਨਲ ਹੈ। ਗ੍ਰੈਵਿਟੇਸ਼ਨ ਮੀਨਸ ਧਰਤੀ ਦੀ ਖਿੱਚ, the force with which the earth attracts everything towards it. ਕੋਈ ਵੀ ਚੀਜ਼ ਤੁਸੀਂ ਉੱਪਰ ਸੁੱਟੋਗੇ, ਉੱਪਰ ਵੱਲ ਨੂੰ ਨੀਚੇ ਆਏਗੀ, ਗਿਰੇਗੀ। ਬਾਲ ਹੋਵੇ, ਐਪਲ ਹੋਵੇ, ਕੋਈ ਵੀ ਚੀਜ਼, ਐਨੀਥਿੰਗ, ਸਟੋਨ ਹੋਵੇ, ਜੋ ਵੀ ਤੁਸੀਂ ਉੱਪਰ ਵੱਲ ਸੁੱਟੋਗੇ ਉਹ ਨੀਚੇ ਆਏਗੀ, ਬਿਕੋਜ਼ देयर इज अ ਪੁੱਲ ਫਰਮ ਦ ਅਰਥ। ਉਹ ਗ੍ਰੈਵਿਟੇਸ਼ਨਲ ਫੋਰਸ ਹੈ। ਤਾਂ ਅਰਥ ਜਿਹੜੀ ਹੈ ਉਹ ਸਿੱਧੀ ਉਹਨੂੰ ਪਕੜਨ ਨਹੀਂ ਆਉਂਦੀ, ਬਟ ਇੱਕ ਖਿੱਚ ਹੁੰਦੀ ਹੈ, ਤਾਂ ਦੈਟ ਇਜ਼ ਆਲਸੋ ਨਾਨ ਕੰਟੈਕਟ ਫੋਰਸ। ਇਸੇ ਤਰ੍ਹਾਂ ਹੀ ਸੀ ਅਗਰ ਅਸੀਂ ਦੇਖੀਏ ਤਾਂ ਫ੍ਰਿਕਸ਼ਨ ਹੁੰਦਾ ਰਗੜ ਬਲ। ਤਾਂ ਇਹ ਜਿਹੜੀ ਹੈ ਇਹ ਵੀ ਫ੍ਰਿਕਸ਼ਨ ਦੀ ਵਜ੍ਹਾ ਦੇ ਨਾਲ, ਜੋ ਬਾਲ ਦਾ ਐਗਜ਼ਾਮਪਲ ਹੈ ਜਿਸ ਤਰ੍ਹਾਂ, ਉਹਦੇ 'ਚ ਵੀ ਥੋੜੀ ਜਿਹੀ ਰਗੜ ਲੱਗਦੀ ਹੈ ਜਾਂ ਫ੍ਰਿਕਸ਼ਨ, ਦੋ ਸਰਫੇਸਿਸ ਕੰਟੈਕਟ ਵਿੱਚ ਆਉਂਦੇ ਆ ਤਾਂ ਫ੍ਰਿਕਸ਼ਨ ਹੁੰਦਾ ਹੈ। ਤਾਂ ਇਹਦੇ 'ਚ ਪੁੱਛਿਆ ਗਿਆ ਕਿ ਮੈਗਨੇਟਸ ਦੇ ਵਿੱਚ ਕਿਹੜੀ ਫੋਰਸ ਹੋਏਗੀ। ਹੁਣ ਮੈਗਨੇਟਸ ਨੂੰ ਤੁਸੀਂ ਦੂਰ ਤੋਂ ਹੀ ਅਗਰ ਹੋਲਡ ਕਰਦੇ ਹੋ ਤਦ ਵੀ ਉਹ ਇੱਕ ਦੂਜੇ ਨੂੰ ਖਿੱਚਦੇ ਆ, ਕਿਉਂਕਿ ਦੂਰ ਤੋਂ ਹੀ ਜਿਹੜੀ ਵਿਦਆਊਟ ਕਮਿੰਗ ਇਨ ਡਾਇਰੈਕਟ ਕੰਟੈਕਟ ਜਿਹੜੀ ਫੋਰਸ ਹੁੰਦੀ ਹੈ ਉਹਨੂੰ ਨॉन ਕੰਟੈਕਟ ਫੋਰਸ ਕਹਿੰਦੇ ਆ। ਤਾਂ ਆਪਸ਼ਨ ਬੀ, ਨॉन ਕੰਟੈਕਟ ਫੋਰਸ ਇਜ਼ ਦ ਰਾਈਟ ਆਂਸਰ। Then question 29. Ram suspended a bar magnet freely with the help of a thread. What will happen? ਰਾਮ ਨੇ ਬਾਰ ਮੈਗਨੇਟ, ਜਿਹੜਾ ਮੈਗਨੇਟ ਹੁੰਦਾ ਉਹਨੂੰ ਧਾਗੇ ਦੇ ਨਾਲ ਬੰਨ੍ਹ ਕੇ ਤੇ ਉਹਨੂੰ ਲਟਕਾ ਦਿੱਤਾ, ਫ੍ਰੀਲੀ ਲਟਕਾਇਆ, ਉਸ ਤੇ ਹੋਰ ਕੋਈ ਫੋਰਸ ਐਕਟ ਨਹੀਂ ਕਰ ਰਹੀ ਹੈ, ਸਿੰਪਲੀ ਲਟਕਾਤਾ। ਤਾਂ ਉਹਨੇ ਦੇਖਿਆ ਕਿ ਘੁੰਮਦਾ ਹੋਇਆ ਮੈਗਨੇਟ ਹੌਲੀ ਹੌਲੀ ਰੈਸਟ ਕਰ ਗਿਆ। ਕਿਹੜੀ ਡਾਇਰੈਕਸ਼ਨ ਦੇ ਵਿੱਚ? The magnet will come to rest in east-west direction. Magnet will come to rest in east-south or north-south or north-west. ਤਾਂ ਸਾਨੂੰ ਪਤਾ ਦੋ ਪੋਲਸ ਹੁੰਦੇ ਆ ਮੈਗਨੇਟ ਦੇ ਵਿੱਚ, north and south, ਤਾਂ ਇਹ it tells the north-south direction. ਤਾਂ C option, the magnet will come to rest in north-south direction ਦੇ ਵਿੱਚ ਆ ਕੇ ਮੈਗਨੇਟ ਰੁਕ ਜਾਏਗਾ।
So C option is the right answer. Then last question of this paper, question 30. Ram saw that the like poles of magnets dash each other and unlike poles of the magnets dash each other. ਤਾਂ ਬੇਟਾ ਪਿਕਚਰ 'ਚ ਦੇਖੋ ਤੁਸੀਂ ਮੈਗਨੇਟ ਦੇ ਦੋ ਪੋਲਸ ਹੈ ਨਾਰਥ ਐਂਡ ਸਾਊਥ। ਅਗਰ ਅਸੀਂ ਨਾਰਥ ਪੋਲ ਹਮੇਸ਼ਾ ਇੱਕ ਮੈਗਨੇਟ ਦੇ ਵਾਈਟ ਕਲਰ ਦੇ ਡਾਟ ਨਾਲ ਦਿਖਾਇਆ ਜਾਂਦਾ ਤਾਂ ਕਿ ਪਤਾ ਲੱਗ ਸਕੇ। ਤਾਂ ਅਗਰ ਅਸੀਂ ਵਾਈਟ ਵਾਲੇ ਦੋਨੋਂ ਡਾਟਸ ਨੇੜੇ ਲੈ ਕੇ ਆ ਰਹੇ ਹਾਂ ਤਾਂ ਇਹ ਦੋਨੋਂ ਇੱਕ ਦੂਜੇ ਨੂੰ ਪਰੇ ਨੂੰ ਧਕੇਲਦੇ ਆ, ਮੀਨਸ ਰਿਪੈਲ ਕਰਨਾ ਹੁੰਦਾ ਦੂਰ ਕਰਨਾ, ਅਟਰੈਕਟ ਮਤਲਬ ਹੁੰਦਾ ਖਿੱਚਣਾ ਟਕਰਾਣਾ। ਤਾਂ ਜਦੋਂ ਅਸੀਂ ਨਾਰਥ ਲੈ ਕੇ ਆਵਾਂਗੇ ਤਦ ਵੀ ਰਿਪਲਸ਼ਨ ਹੋਏਗੀ, ਦੂਰ ਜਾਣਗੇ। ਸਾਊਥ ਲੈ ਕੇ ਆਵਾਂਗੇ ਦੋਨਾਂ ਦਾ ਦੂਸਰਾ ਪਾਸਾ ਘੁਮਾ ਕੇ ਜਦੋਂ ਮੈਗਨੇਟ ਦਾ ਲੈ ਕੇ ਆਓਗੇ ਤਦ ਵੀ ਉਹ ਦੂਰ ਜਾਣਗੇ। ਬਟ ਜਦੋਂ ਅਸੀਂ ਨਾਰਥ ਔਰ ਸਾਊਥ ਦੋਨਾਂ ਦਾ ਨੇੜੇ ਲੈ ਕੇ ਆਵਾਂਗੇ ਤਦ ਉਹ ਇੱਕ ਦੂਜੇ ਨੂੰ ਧੱਕਾ ਨਹੀਂ ਮਾਰਨਗੇ, ਉਹ ਅਟਰੈਕਟ ਕਰਨਗੇ ਹੋਰ ਉਹ ਇੱਕ ਦੂਜੇ ਨੂੰ ਖਿੱਚਣਗੇ। ਤਾਂ ਫਿਰ ਰਾਮ ਨੇ ਜਦੋਂ ਲਾਈਕ ਪੋਲਸ ਜਿਹੜੇ ਆ ਅਸੀਂ ਕਹਿ ਸਕਦੇ ਹਾਂ ਕਿ ਲਾਈਕ ਪੋਲਸ ਮਤਲਬ ਇੱਕੋ ਜਿਹੇ ਪੋਲਸ ਨਾਰਥ ਸਾਊਥ ਜਦੋਂ ਨੇੜੇ ਆਣਗੇ ਤਾਂ ਦੇ ਰਿਪੈਲ ਈਚ ਅਦਰ ਐਂਡ ਅਨਲਾਈਕ ਪੋਲਸ, ਅਨਲਾਈਕ ਮਤਲਬ ਜਿਹੜੇ ਇੱਕੋ ਜਿਹੇ ਨਹੀਂ ਹੁੰਦੇ ਨਾਰਥ ਸਾਊਥ ਜਿਵੇਂ, ਤਾਂ ਜਦੋਂ ਨਾਰਥ ਸਾਊਥ ਲੈ ਕੇ ਆਉਂਦੇ ਆ ਤਾਂ ਅਨਲਾਈਕ ਪੋਲਸ ਆਫ ਮੈਗਨੇਟਸ ਅਟਰੈਕਟ ਈਚ ਅਦਰ। ਤਾਂ ਕੁਐਸਚਨ ਆਨਸਰ ਜਿਹੜਾ ਹੈ ਆਪਸ਼ਨ ਏ ਰਿਪੈਲ attract is the right answer. So this is all for this September examination solutions beta. This was the paper from question 1 to 30 we have discussed here. ਇਹ ਇਸ ਲਈ ਡਿਸਕਸ ਕੀਤੇ ਆ ਕਿ ਤੁਸੀਂ ਆਪਣੇ ਮਿਸਟੇਕਸ ਜਿਹੜੀਆਂ ਹੈ ਉਹ ਦੇਖ ਲਓਗੇ ਕਿ ਪੇਪਰ ਦੇ ਵਿੱਚ ਤੁਸੀਂ ਕੀ ਇਹਦੇ ਵਿੱਚ ਗਲਤੀਆਂ ਕੀਤੀਆਂ ਹੋਈਆਂ। ਸੋ ਬੇਟਾ ਪ੍ਰੈਕਟਿਸ ਥੀਸ, ਇਹਨਾਂ ਨੂੰ ਲਿਖ ਵੀ ਲੈਣਾ ਐਂਡ ਲਰਨ ਥੀਸ so that the mistakes are not repeated again. See you in the next video. Take care till then. Thank you.